बिस्मिल्लाहिर्रहमानिर्रहीम। नाज़रीन, मैं ਤੁਹਾਡਾ ਮੇਜ਼ਬਾਨ ਖਾਲਿਦ ਹੁਸੈਨ KH ਡੇਲੀ ਨਿਊਜ਼ ਪੰਜਾਬੀ ਚੈਨਲ ਤੁਸੀਂ ਦੇਖਦੇ ਹੋ। ਅੱਜ ਨਾਜ਼ਰੀਨ ਚੀਚਾਵਤਰੀ ਦੇ ਨਵਾਹੀ ਗਾਉਂ 13 ਮਾੜੀ ਜਿਹੜਾ ਇਹਨੂੰ ਕਿਹਾ ਜਾਂਦਾ ਹੈ ਤੇ ਤੁਹਾਨੂੰ ਇਹ ਅਸੀਂ ਦੱਸਾਂਗੇ ਇਹ ਲਹਿੰਦਾ ਪੰਜਾਬ ਤੇ ਸਾਡਾ ਵਸਦਾ ਰਵੇ ਪੰਜਾਬ। ਅੱਜ ਅਸੀਂ ਇਸ 13 ਮਾੜੀ ਦੇ ਵਿੱਚ ਆਏ ਆ ਤੇ ਕੁਝ ਮੇਰੇ ਨਾਲ ਲੋਕ ਮੌਜੂਦ ਨੇ, ਬਜ਼ੁਰਗ ਵੀ ਮੌਜੂਦ ਨੇ। ਅਸੀਂ ਇਹਨਾਂ ਕੋਲ ਇਹ ਗੱਲ ਪੁੱਛਾਂਗੇ ਕਿ ਇਹਨੂੰ 13 ਮਾੜੀ ਕਿਉਂ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਇਹ ਜਿਹੜੀ ਹਵੇਲੀ ਏ ਇਹਦਾ ਤੁਹਾਨੂੰ ਬਜ਼ੁਰਗ ਜਿਹੜੇ ਨੇ ਨਾਲ ਵਿਜ਼ਿਟ ਕਰਾਣਗੇ। ਇਹ 1947 ਦਾ ਜਦੋਂ ਬਟਵਾਰਾ ਹੋਇਆ ਉਦੋਂ ਸਿੱਖ ਭਰਾ ਸਾਡੇ ਉਧਰ ਚਲੇ ਗਏ ਤੇ ਅਸੀਂ ਉਧਰੋਂ ਜਿਹੜਾ ਹੈ ਆਪਣੀਆਂ ਮੁਸੀਬਤਾਂ ਤੇ ਦੁੱਖਾਂ ਦੇ ਵਿੱਚ ਤੇ ਬੜਾ ਕੁਝ ਗਵਾ ਕੇ ਅਸੀਂ ਪਾਕਿਸਤਾਨ ਆ ਗਏ, ਕਿਉਂਕਿ ਉਦੋਂ ਸਾਡੇ ਕੈਦ ਮੁਹੰਮਦ ਅਲੀ ਜਿਨਾਹ ਨੇ ਇੱਕੋ ਹੀ ਗੱਲ ਕੀਤੀ ਸੀ ਕਿ ਲੈ ਕੇ रहेंगे पाकिस्तान, बन के रहेगा पाकिस्तान। ਅਸੀਂ ਉਹ ਨਾਰੇ ਦੇ ਵਿਜ਼ਨ ਨੂੰ ਅੱਗੇ ਵਧਾਉਂਦਿਆਂ ਹੋਇਆ ਅਸੀਂ ਜਿਹੜਾ ਚੱਲ ਪਏ। ਸਾਡੇ ਵੱਡਿਆਂ ਨੇ ਬੱਚੇ ਆਪਣੇ ਜਿਹੜੇ ਨੇ ਕਈ ਉੱਥੇ ਮਰਵਾ ਦਿੱਤੇ, ਜਵਾਨ ਪੁੱਤਰ ਉੱਥੇ ਸਾਡੇ ਬਜ਼ੁਰਗਾਂ ਦੇ ਰਹਿ ਗਏ, ਜ਼ਮੀਨਾਂ ਉੱਥੇ ਰਹਿ ਗਈਆਂ ਤੇ ਸਾਡੀ ਧਰਤੀ ਵੀ ਉੱਥੇ ਕਾਫੀ ਰਹਿ ਗਈ। ਉਸ ਤੋਂ ਬਾਅਦ ਨਾਜ਼ਰੀਨ ਇਹਨਾਂ ਨੇ ਬਜ਼ੁਰਗਾਂ ਸਾਡਿਆਂ ਨੇ ਕੋਈ ਚੀਜ਼ ਨਹੀਂ ਆਪਣਾ ਦੇਖੀ, ਨਾ ਦੇਖਿਆ ਉੱਥੇ ਮਾਲ ਤੇ ਨਾ ਦੇਖੀ ਜਾਨ। ਇਹ ਪਾਕਿਸਤਾਨ ਵਜੂਦ ਦੇ ਵਿੱਚ ਆ ਗਿਆ। ਜਦੋਂ ਵਜੂਦ ਦੇ ਵਿੱਚ ਆ ਗਿਆ ਅਸੀਂ ਹੁਣ ਜਿਹੜਾ ਹੈ ਜਿਹੜੇ ਪੁਰਾਣੇ ਵਿਰਸੇ ਹੈਗੇ ਨੇ, ਜਿਹੜੇ ਸਿੱਖਾਂ ਦੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਨੇ, ਅਸੀਂ ਯਾਦਾਂ ਦੇ ਤੌਰ ਤੇ ਅਸੀਂ ਉਹਨਾਂ ਭਰਾਵਾਂ ਨੂੰ ਦਿਖਾਣੇ ਆ, ਕਿਉਂਕਿ ਉਹਨਾਂ ਦੇ ਨਾਲ ਭਾਈਬੰਦੀ ਜਿਹੜੀ ਏ ਸਾਡੀ ਚੰਗੀ ਸੀ। ਲੇਕਿਨ ਇਹ ਲਹਿਦਾ ਗੱਲ ਏ ਕਿ ਉਹਨਾਂ ਨੇ ਉੱਥੇ ਜਾਣਾ ਸੀ, ਅਸੀਂ ਉੱਥੋਂ ਇੱਥੇ ਆ ਜਾਣਾ ਸੀ। ਇਹ 13 ਮਾੜੀ ਜਿਹੜਾ ਹੈ 1947 ਤੋਂ ਕਈ ਲੋਕਾਂ ਨੂੰ ਜਗ੍ਹਾ ਮਤਬਾਦਲ ਜਿਹੜੀਆਂ ਲਾਟਾਂ ਹੋਈਆਂ ਉਹਨਾਂ ਦੇ ਵਿੱਚ ਇੱਥੇ ਜਿਹੜਾ ਹੈ ਕਮ ਸੇ ਕਮ ਇਹ 70-80 ਮਰਬੇ ਤੇ ਮਹੀ ਤੇ ਪਿੰਡ ਹੈਗਾ, ਇੱਥੇ ਜਗ੍ਹਾ ਮਿਲੀਆਂ। ਇਹ ਫਿਰ ਬਜ਼ੁਰਗ ਨਸਲ 100 ਮਰਬੇ ਦੇ ਕਰੀਬ ਜਿਹੜਾ ਇਹ ਬਜ਼ੁਰਗ ਦੱਸਣ ਦੇ ਨੇ ਇਹ ਇੱਥੇ ਮਹੀਤ ਰਕਬਾ ਹੈਗਾ। ਉੱਥੇ ਫਿਰ ਇਹਨਾਂ ਦੇ ਬਜ਼ੁਰਗ ਜਿਹੜੇ ਇਹਨਾਂ ਦੇ ਬਜ਼ੁਰਗ ਸਨ, ਇਹਨਾਂ ਦੇ ਮਾਂ-ਬਾਪ ਸੀ, ਉਹਨਾਂ ਨੂੰ ਜਿਹੜੀ ਥੋੜੀ ਯਾਨੀ ਕਿ ਜਿਹੜੀ ਅਸਲ ਜਗ੍ਹਾ ਛੱਡ ਕੇ ਗਏ ਸਨ, ਛੱਡ ਕੇ ਆਏ ਇੰਡੀਆ ਦੇ ਵਿੱਚੋਂ, ਸਾਨੂੰ ਉਹ ਜਗ੍ਹਾ ਤੇ ਨਹੀਂ ਇਹਨਾਂ ਦੇ ਬਜ਼ੁਰਗਾਂ ਨੂੰ ਮਿਲੀ। ਲੇਕਿਨ ਨਾ ਹੋਣ ਦੇ ਬਰਾਬਰ ਥੋੜੀ ਕਈਆਂ ਨੇ ਜ਼ਿਆਦਾ ਹੱਥ ਪੈਂਦਾ ਸੀ, ਲਾਟਾ ਪਵਾ ਲੀਆਂ ਤੇ ਕਈਆਂ ਨੂੰ ਵਿਚਾਰਿਆਂ ਨੂੰ ਮਰਬਾ ਮਿਲ ਗਿਆ, ਕਿਸੇ ਨੂੰ 2 ਮਰਬੇ ਹੋਏ। ਕਈ ਸਾਡੇ ਲੋਕ ਉੱਥੇ ਜਿਹੜੇ ਬਾਗਾਂ ਦੇ ਵੀ ਮਾਲੀ ਯਾਨੀ ਕਿ ਬਾਗਾਂ ਦੇ ਵੀ ਮਾਲਕ ਸਨ, ਯਾਨੀ ਕਿ ਠੀਕ ਠਾਕ ਬਾਗ ਸਨ। ਉਸ ਤੋਂ ਬਾਅਦ ਜਨਾਬੇ ਵਾਲਾ ਠੀਕ ਠਾਕ ਜ਼ਮੀਨਾਂ ਛੱਡ ਕੇ ਆਏ, ਲੇਕਿਨ ਇੱਥੇ ਸਾਨੂੰ ਨਾ ਹੋਣ ਦੇ ਬਰਾਬਰ ਸਾਨੂੰ ਬਜ਼ੁਰਗਾਂ ਨੂੰ ਜਗ੍ਹਾ ਮਿਲੀਆਂ। ਤੇ ਅੱਜ ਨਾਜ਼ਰੀਨ ਸਾਡੇ ਕੋਲ ਬਜ਼ੁਰਗ ਖੜੇ ਨੇ, ਅਸੀਂ ਇਹਨਾਂ ਨਾਲ ਅੱਜ ਇਹ ਗੱਲ ਕਰਾਂਗੇ ਕਿ ਇਹ ਬਾਬਾ ਜੀ 13 ਮਾੜੀ ਕਿਉਂ ਕਿਹਾ ਜਾਂਦਾ ਹੈ ਜੀ, ਇਹ ਜ਼ਰਾ ਲੋਕਾਂ ਨੂੰ ਦੱਸੋ ਜੀ। ਲੋਕੀ ਕਹਿੰਦੇ ਆ ਆਪਾਂ ਤਾਂ ਕਹਿੰਦੇ ਸੀ ਨਾ ਕੋਠੀ ਬਣਾਈ ਫਲਾਣੇ ਬੰਦੇ ਨੇ, ਉਸਨੇ ਇਸ ਤਰ੍ਹਾਂ ਬਣਾਈ, ਤੇ ਇਹ ਉਹ ਕਹਿੰਦੇ ਸੀ ਮਹਿਲ ਤੇ ਮਾੜੀਆਂ ਬਣਾਈਆਂ। ਮਾੜੀਆਂ ਮਹਿਲ ਤੇ ਮਾੜੀਆਂ ਬਣਾਈਆਂ? ਹਾਂ, ਮਹਿਲ ਤੇ ਮਾੜੀਆਂ। ਉਹ ਮਾੜੀ ਕਹਿੰਦੇ ਆਪਾਂ ਨੇ ਕੋਠੀ ਬਣਾਈ, ਉਹ ਆਂਦੇ ਮਹਿਲ ਤੇ ਮਾੜੀਆਂ, ਯਾਨੀ ਕਿ ਸਿੱਖ ਜਾਂ ਪੁਰਾਣੇ ਸਿੱਖ ਜਿਹੜੇ ਕਹਿੰਦੇ ਸੀ। ਅੱਛਾ ਜੀ। ਇਹ ਯਾਨੀ ਕਿ ਸਿੱਖਾਂ ਦੇ ਆਏ, ਸਿੱਖਾਂ ਨੇ ਕਹਿਣਾ ਵੀ ਸਾਡੇ ਮਹਿਲ ਸੀਗਾ ਮਾੜੀਆਂ, 2-2 3-3 ਮੰਜ਼ਲੀਆਂ। ਹੁਣ ਆਪਾਂ ਤੇ ਆਖਦੇ ਨੇ ਕੋਠੀ ਬਣਾਈ ਫਲਾਣੇ ਬੰਦੇ ਨੇ, ਤੇ ਉਹ ਆਂਦੇ ਸੀ ਮਾੜੀ ਬਣਾਈ ਫਲਾਣੇ ਬੰਦੇ ਨੇ। ਠੀਕ ਹੋ ਗਿਆ। ਇਹਦੇ 28 ਮਰਬੇ ਜ਼ਮੀਨ ਦੇ ਸੀ। ਅੱਛਾ ਜੀ। ਹਾਂ, ਅੱਛਾ ਜੀ। ਇਹ ਜਿਹੜੇ ਕੋਈ ਥੋੜੇ ਇਹ ਵੀ ਪਤਾ ਕਿ ਇਹ 2 ਭਾਈ ਸਨ ਜੀ, ਇਹ ਜਿਹੜੇ ਸਿੱਖ ਨੇ ਜਿਨ੍ਹਾਂ ਦੀ ਆਪਾਂ ਅੱਜ ਹਵੇਲੀ ਦਿਖਾਣ ਜਾ ਰਹੇ। ਹਾਂ, ਇਹਦੇ 28 ਮਰਬੇ ਸੀਗੇ। ਅੱਛਾ ਜੀ। ਉਹਦੇ 35 ਮਰਬੇ, ਇਹਨੇ 5 ਮਰਬੇ ਵੇਚ ਲਏ ਸੀ। ਇਹ ਸਿੱਖ ਨੇ? ਹਾਂ। ਇਹ ਸਿੱਖ ਦਾ ਕੋਈ ਨਾਮ ਪਤਾ ਜਾਨ? ਹਾਂ, ਮਤਾਬ ਸਿੰਘ। ਮਤਾਬ ਸਿੰਘ। ਹਾਂ, ਮਤਾਬ ਸਿੰਘ। ਨਾਜ਼ਰੀਨ ਇਸ ਜਿਹੜੀ ਕਿ ਅੱਜ ਜਿਹੜੀ ਕੋਠੀ ਦਾ ਅਸੀਂ ਤੁਹਾਨੂੰ ਵਿਜ਼ਿਟ ਕਰਾਉਣ ਜਾ ਰਹੇ ਉਹਦਾ ਨਾਂ ਸੀ, ਇਹਦੇ ਜਿਹੜੇ 28 ਮਰਬੇ ਸਨ। ਹਾਂ, 28 ਮਰਬੇ ਸਨ। 7 ਮਰਬੇ ਨੇ ਵੇਚ ਕੇ ਮਾੜੀ ਪਵਾਈ ਸੀ। ਅੱਛਾ ਜੀ। ਯਾਨੀ ਕਿ 7 ਮਰਬੇ ਵੇਚ ਕੇ ਇਹਨੇ ਇਹ ਮਾੜੀ ਜਿਹੜੀ ਜਿਹਨੂੰ ਆਪਾਂ ਹਵੇਲੀ ਕਹਿੰਦੇ ਆ। ਹਾਂ, ਵੇਲੀ ਕਹਿੰਦੇ ਆ, ਹਵੇਲੀ ਕਹਿੰਦੇ। ਅੱਛਾ, ਉਹ ਦੂਸਰੀ 7 ਮਰਬਿਆਂ ਦੇ ਉਹਦੇ ਨਾਂ ਕੀ ਨਾ ਉਹ ਆਮਦਨ ਵੀ 28 ਮਰਬੇ ਉੱਤੇ ਲੱਗਦੀ ਰਹੀ, 7 ਸਾਲ ਬਣਦੀ ਰਹੀ ਹੈ ਇਹ ਹਵੇਲੀ ਜਿਹੜੀ ਆਪਾਂ ਅੱਜ ਦਿਖਾਣੇ। ਹਾਂ, ਲਓ ਜੀ ਨਾਜ਼ਰੀਨ, ਅੱਜ ਤੁਹਾਨੂੰ ਜਿਹੜਾ ਹੈ ਇਹ ਜਿਹੜੀ ਹਵੇਲੀ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਇਹ ਬਜ਼ੁਰਗਾਂ ਦਾ ਕਹਿਣ ਹੈ ਕਿ ਉਦੋਂ ਸਿੱਖ ਸਬਾਨ ਜਾਂ ਜਿਹੜੇ ਬੜੇ ਲੋਕ ਸਨ ਇਹਨੂੰ ਮਾੜੀ ਕਹਿੰਦੇ ਸਨ ਕਿ ਅਸੀਂ ਮਾੜੀ ਬਣਾ ਲਗੇ। 7 ਮਰਬੇ ਵੇਚ ਕੇ ਤੇ ਇਹ ਮਾੜੀ ਬਣੀ ਸੀ ਤੇ 3-4-7 ਸਾਲ ਇਹ ਬਣਦੀ ਰਹਿ ਗਈ ਸੀ। ਤਾਂ ਲਓ ਜੀ ਅੱਜ ਤੁਹਾਨੂੰ ਵਿਜ਼ਿਟ ਕਰਾਣਾ, ਮੇਰਾ ਕੈਮਰਾਮੈਨ ਨਾਲ ਤੁਹਾਨੂੰ ਦਿਖਾਏਗਾ ਜੀ। ਆਓ ਜੀ ਬਾਬਾ ਜੀ। ਅਸੀਂ ਹੁਣ ਜਿਹੜਾ ਇਸ ਹਵੇਲੀ ਯਾਨੀ ਕਿ ਮਾੜੀ ਦਾ ਤੁਹਾਨੂੰ ਹੁਣ ਲੱਗੇ ਆ ਵਿਜ਼ਿਟ ਕਰਾਉਣ।
ਤੇ ਇਹ ਜਿਹੜਾ ਹੈ ਉਦੋਂ ਦੇ ਵਕਤਾਂ ਦੀ ਜਿਹੜੀ ਹਵੇਲੀ ਹੈ, ਅੱਜ ਤੁਸੀਂ ਇਹਦਾ ਸਾਰਾ ਤੁਹਾਨੂੰ ਅਸੀਂ ਵਿਜ਼ਿਟ ਕਰਾ ਦੇਣਾ ਹੈ। ਤੇ ਸਾਡੇ ਬਜ਼ੁਰਗਾਂ ਵਾਸਤੇ ਮੁਸ਼ਕਲ ਆ, ਲੇਕਿਨ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਇੱਜ਼ਤ ਕੀਤੀ, ਇਹਤਰਾਮ ਕੀਤਾ ਸਾਡੇ ਨਾਲ। ਇਹ ਬਜ਼ੁਰਗ ਚੱਲ ਕੇ ਆ ਗਏ ਨੇ ਜੀ। ਅੱਛਾ ਜੀ, ਇਹ ਜੀ ਇਹਨਾਂ ਦੀ ਮਾੜੀ, ਹਾਂ ਯਾਨੀ ਕਿ ਇਹ ਇਹਨਾਂ ਦੀ ਨਾਜ਼ਰੀਨ ਆ ਤੁਹਾਨੂੰ ਦਿਖਾਣੇ ਜੀ, ਕੈਮਰਾਮੈਨ ਨਾਲ ਨਾਲ ਦਿਖਾਏਗਾ ਜੀ। ਇਹ ਦੇਖੋ ਜੀ ਦਰਵਾਜ਼ੇ ਤੇ ਛਤੀਰ, ਇਹ ਬਾਬਾ ਜੀ ਛਤੀਰ ਉਦੋਂ ਦੀ ਨਹੀਂ? ਉਹ ਹੀ ਆ ਕੇ ਅੱਛਾ, ਯਾਨੀ ਕਿ ਦਰਵਾਜ਼ੇ ਛਤੀਰ ਹਰ ਚੀਜ਼ ਉਹ ਲਓ ਨਾਜ਼ਰੀਨ, ਆ ਤੁਸੀਂ ਵਿਜ਼ਿਟ ਕਰੋਗੇ ਅੱਜ। ਇਹ ਦਰਵਾਜ਼ੇ, ਇਹ ਇੱਟਾਂ ਉਸੇ ਤਰ੍ਹਾਂ ਹੀ, ਯਾਨੀ ਕਿ ਅੱਜ ਤਾਈਂ ਕਿਸੇ ਵੀ ਵਿਰਸੇ। ਇਹ ਦੇਖੋ ਜੀ, ਇਹ ਕੈਮਰਾਮੈਨ ਤੁਹਾਨੂੰ ਦਿਖਾਉਂਦਾ ਜੀ, ਕੈਮਰਾ ਦਿਖਾਓ ਜੀ, ਅੰਦਰ ਦੇ ਵਿਜ਼ਿਟ ਕਰਾਓ। ਆ ਦੇਖੋ ਅਲਮਾਰੀਆਂ ਉਸੇ ਤਰ੍ਹਾਂ ਹੀ ਅਲਮਾਰੀਆਂ ਉਸੇ ਤਰ੍ਹਾਂ ਹੀ ਹਰ ਚੀਜ਼ ਉਹਨਾਂ ਦੀ ਮੌਜੂਦ ਹੈਗੀ ਹੈ ਜੀ। ਇਹ ਦੇਖੋ, ਇਹ ਹਵੇਲੀ ਏਡੀ ਪੁਰਾਣੀ ਹੈ ਕਿ ਇਹਨਾਂ ਦੀ ਹਰ ਚੀਜ਼ ਉਸੇ ਤਰ੍ਹਾਂ ਹੀ ਮੌਜੂਦ ਹੈ ਜੀ। ਉਸ ਤੋਂ ਬਾਅਦ ਆ ਦੇਖੋ ਜੀ, ਇਹ ਦੀਵਾਰ ਜਿਹੜੀ ਹੈ, ਇਹ ਬਾਬਾ ਜੀ ਕਿੰਨੇ ਫੁੱਟ ਹੋਏਗੀ ਜੀ? ਅੱਜ 2 ਫੁੱਟ ਦੀ ਹੈ, ਇਹ ਕਮ ਸੇ ਕਮ 2 ਫੁੱਟ ਦੀ ਹੈ। ਅੱਛਾ ਬਾਬਾ ਜੀ, ਹੁਣ ਜਿਹੜੇ ਨੇ ਆਪਾਂ ਤੇ ਕਹਿੰਦੇ ਆ ਕਿ ਸੀਮੈਂਟ ਇਸਤੇਮਾਲ ਹੋਇਆ, ਇਹ ਕਿਹੜੀ ਚੀਜ਼ ਹੈ ਜਿਹੜੀ ਇਸਤੇਮਾਲ ਉਦੋਂ ਕਰਦੇ? ਉਦੋਂ ਜਿਹੜਾ ਸਫੈਦਾ ਤੇ ਸੀਮੈਂਟ, ਹਾਂਜੀ, ਉਹ ਚਿੱਟਾ ਸੀਮੈਂਟ ਹੁੰਦਾ ਸੀ। ਚਿੱਟਾ ਸੀਮੈਂਟ ਹਾਂ, ਇਹ ਜੀ ਉਦੋਂ ਵੀ ਜਿਹੜਾ ਕੋਈ ਅੱਛਾ ਸੀਮੈਂਟ ਸੀ, ਜਿਹਨੂੰ ਚਿੱਟਾ ਸੀਮੈਂਟ ਕਹਿੰਦੇ ਨੇ। ਤੇ ਇਹ ਦੇਖੋ ਜੀ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਜੀ, ਛਤੀਰਾਂ ਦੇਖੋ ਜੀ। ਇਹਨਾਂ ਛਤੀਰਾਂ ਨੂੰ ਹਜੇ ਤੱਕ ਵੀ ਜਿਹੜਾ ਕੋਈ ਕੋਨ ਨਹੀਂ ਲੱਗਾ, ਨਾ ਨਾ ਉਸੇ ਤਰ੍ਹਾਂ ਹੀ ਕਾਇਮ। ਤੇ ਬਾਲੇ, ਅਗਰ ਮੇਰਾ ਕੈਮਰਾਮੈਨ ਤੋਂ ਦਿਖਾਏ, ਬਾਲੇ ਦਰਵਾਜ਼ੇ, ਇਹ ਦੇਖੋ, ਇਹ ਦਰਵਾਜ਼ੇ ਦੇਖੋ ਜੀ, ਕੈਮਰਾਮੈਨ ਤੁਹਾਨੂੰ ਦਿਖਾਵੇ। ਇਹ ਦਰਵਾਜ਼ੇ ਉਸੇ ਤਰ੍ਹਾਂ ਦੇ, ਉਹਨੇ ਬੜਾ ਪੈਸਾ ਇੱਥੇ ਲਾ ਕੇ ਤੇ ਇਹ ਜਿਹੜੀ ਹੈ ਉਹਨੇ ਸਿੱਖ ਨੇ ਹਵੇਲੀ ਤਿਆਰ ਕੀਤੀ। ਇਹ ਦੇਖੋ, ਇਹ ਤੁਹਾਨੂੰ ਵਿਜ਼ਿਟ ਕਰਾ ਰਿਹਾ ਮੇਰਾ ਕੈਮਰਾਮੈਨ। ਤੇ ਨਾਜ਼ਰੀਨ, ਅੱਜ ਤੁਸੀਂ ਇਹ ਹਵੇਲੀ ਦੇਖ ਕੇ 13 ਮਾੜੀ ਤੇ ਤੁਸੀਂ ਕਹੋਗੇ ਵਾਕਈ ਹਵੇਲੀਆਂ ਬੜੀਆਂ ਬੜੀਆਂ ਦੇਖੀਆਂ। ਲਓ ਜੀ, ਮੇਰਾ ਕੈਮਰਾਮੈਨ ਤੁਹਾਨੂੰ ਅੰਦਰ ਦਿਖਾਵੇ। ਆਓ ਜੀ, ਆਓ ਬਾਬਾ ਜੀ, ਅੰਦਰ ਵੀ ਜ਼ਰਾ ਆਓ ਤੇ ਅੰਦਰ ਦੀ ਦੱਸੋ ਕੀ ਸੂਰਤ ਹੈ। ਇਹ ਦੇਖੋ, ਬੜੀ ਖੂਬਸੂਰਤ ਨਕਾਸ਼ੀ ਕੀਤੀ। ਅੱਗੇ ਵੀ ਇੱਕ ਕਮਰਾ। ਅੱਛਾ, ਹਾਂ, ਇਹ ਦੇਖੋ ਨਾਜ਼ਰੀਨ, ਕਿ ਯਾਨੀ ਕਿ ਉਹਨੇ ਏਡੇ ਏਡੇ ਕਮਰੇ ਬਣਾਏ ਸੀ ਉਦੋਂ। ਮੇਰਾ ਖਿਆਲ ਹੈ 2 ਕਮਰੇ, ਹਾਂ, ਮਤਲਬ ਅੰਦਰ ਦੀ ਇਸ ਤਰੀਕੇ ਦੀ ਯਾਨੀ ਖੂਬਸੂਰਤੀ ਬਣਾਈ ਹੋਈ ਹੈ ਕਿ ਉਦੋਂ ਮੇਰਾ ਖਿਆਲ ਬਿਜਲੀਆਂ ਵੀ ਕੋਣੀ ਹੁੰਦੀਆਂ ਸਨ। ਲੇਕਿਨ ਹੁਣ ਵੀ ਜਿਹੜਾ ਹੈ ਗਰਮੀ ਦੀ ਸ਼ਿੱਦਤ ਆ, ਤੇ ਲੇਕਿਨ ਇੱਥੇ ਇਦਾਂ ਮਹਿਸੂਸ ਹੁੰਦਾ ਪਿਆ ਹੈ ਕਿ ਬਿਲਕੁਲ ਜਿਵੇਂ ਏਸੀ ਲੱਗਾ ਜੀ। ਯਾਨੀ ਕਿ ਇਹ ਬਜ਼ੁਰਗਾਂ ਦਾ ਵੀ ਹੁਣ ਤੁਸੀਂ ਸੁਣ ਲਿਆ ਕਿ ਜਿਵੇਂ ਅੰਦਰ ਏਸੀ ਲੱਗਾ ਹੋਇਆ। ਨਾਜ਼ਰੀਨ, ਇਹ ਅਕਬ ਦਾ ਜਿਹੜਾ ਦਰਵਾਜ਼ਾ ਤੇ ਅੰਦਰ ਦਾ ਵੀ ਤੁਹਾਨੂੰ ਕੈਮਰਾਮੈਨ ਜਿਹੜਾ ਅੰਦਰ ਦਾ ਵੀ ਤੁਹਾਨੂੰ ਸਾਰਾ ਕੁਝ ਦਿਖਾਏਗਾ। ਚਲੇ ਜਾਓ ਪਿੱਛੇ। ਤੁਹਾਨੂੰ ਪਿਛਲੇ ਅੰਦਰ ਦੇ ਵੀ ਵਿਜ਼ਿਟ ਕਰਾਏ ਜਾ ਰਹੇ ਨੇ, ਉਹਨਾਂ ਦੇ ਦਰਵਾਜ਼ੇ ਉਸੇ ਤਰ੍ਹਾਂ ਉਹ ਚਲੇ ਜ਼ਰੂਰ ਗਏ। ਨਾਜ਼ਰੀਨ, ਇਹ ਜਿਹੜੇ 1947 ਦੇ ਵਿੱਚ ਗਏ, 53 ਸਾਲ ਇਹ ਤੇ ਗਾਲਬਨ 26 ਇਹ ਪਾ ਕੇ 99 ਤੇ 80 ਸਾਲ ਹੋ ਗਏ ਨੇ। ਲੇਕਿਨ ਇਹਨਾਂ ਲੱਕੜਾਂ ਨੂੰ ਔਰ ਇਹਨਾਂ ਦਰਵਾਜ਼ਿਆਂ ਨੂੰ ਕੋਈ ਦਰਾੜ ਨਹੀਂ ਆਈ। ਅੱਜ ਸਾਡੇ ਮਟੀਰੀਅਲ ਇਦਾਂ ਦੇ ਬਣਦੇ ਨੇ, ਕੋਈ 6 ਮਹੀਨੇ ਕੱਢਦੇ ਨੇ ਤੇ ਸਾਡੇ ਯਾਨੀ ਕਿ ਨਾ ਦੀਵਾਰਾਂ ਦੇ ਵਿੱਚ ਜਿਹੜੀਆਂ ਤਰਾੜਾਂ ਆ ਜਾਂਦੀਆਂ ਨੇ, ਦਰਾੜਾਂ। ਤੇ ਇਹਨਾਂ ਦੇ ਅੱਜ ਤਾਈਂ ਵੀ ਦਰਾੜ ਨਹੀਂ ਆਈ। ਜੇ ਅਗਰ ਇਹਨਾਂ ਦੇ ਦਰਵਾਜ਼ੇ ਨੇ ਤੇ ਉਹਨਾਂ ਨੂੰ ਘੋਣ ਨਹੀਂ ਲੱਗੀ। ਉਸੇ ਤਰ੍ਹਾਂ ਛਤੀਰ, ਇਹ ਜਿਹੜੀ ਅਸਲੀ ਹਾਲਤ ਦੇ ਵਿੱਚ ਇਹ ਜਿਹੜੀ ਇਮਾਰਤ ਖੜੀ ਹੈ ਜੀ। ਅੱਛਾ ਜੀ ਬਜ਼ੁਰਗੋ, ਆ ਅੱਗੇ ਕੀ ਸੀ ਜੀ? ਅੱਗੇ ਸੇਨ ਸੀ। ਅੱਗੇ ਸੇਨ ਸੀ। ਲਓ ਜੀ ਨਾਜ਼ਰੀਨ, ਤੁਹਾਨੂੰ ਕੈਮਰਾਮੈਨ ਦਾ ਥੋੜਾ ਸੇਨ ਵੀ ਦਿਖਾਉਂਦਾ। ਇਹ ਸੇਨ ਚੈੱਕ ਕਰੋ ਜੀ, ਉਸੇ ਤਰ੍ਹਾਂ ਹੀ ਉਹਨਾਂ ਦਾ ਸੇਨ ਹੈ। ਇਸ ਤਰਜ਼ ਦੀ ਇਹਨਾਂ ਨੇ ਬਣਾਈ ਸੀ ਕਿਉਂਕਿ ਇਹਨਾਂ ਨੇ ਬੜਾ ਪੈਸਾ ਲਾਇਆ ਸੀ। ਸਿੱਖ ਨੇ ਬੜਾ ਪੈਸਾ ਲਾਇਆ ਸੀ। ਪੈਸਾ ਲਾ ਕੇ ਤੇ ਇਹਨੇ ਆਪਣੇ ਜਿਹੜਾ ਹੈ ਆਰਾਮ ਵਾਸਤੇ ਜਾਂ ਰਹਿਣ ਵਾਸਤੇ ਇਹ ਜਿਹੜੀ ਹੈ ਕੋਠੀ ਬਣਾਈ ਸੀ, ਜਿਵੇਂ ਅਸੀਂ ਆਪ ਬਣਾਉਂਦੇ ਆ ਰਹਿਣ ਵਾਸਤੇ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ। ਯਾਨੀ ਕਿ ਜਿਹੜੀ ਵੀ ਚੀਜ਼ ਹੈ ਅਸੀਂ ਉਸ ਤਰੀਕੇ ਦੇ ਨਾਲ ਬਣਾਉਂਦੇ ਹਾਂ। ਲਓ ਜੀ, ਇਹ ਜਿਹੜਾ ਆ ਦਿਖਾਓ ਜੀ, ਇਹ ਦਰਵਾਜ਼ਾ ਦਿਖਾਓ ਜੀ। ਇਹ ਜਿਹੜਾ ਇਹ ਦੇਖੋ ਜੀ ਨਾਜ਼ਰੀਨ, ਇਹਦੀ ਕਿੰਨੀ ਫੁੱਟ ਦੀ ਜਿਹੜੀ ਕਿ ਆ ਦੇਖੋ ਅੱਜ ਵੀ ਦੀਵਾਰ ਔਰ ਇੱਟ। ਮੇਰਾ ਖਿਆਲ ਹੈ ਕਿ ਸ਼ਾਇਦ ਹੀ ਇਹ ਕਿ ਜਦੋਂ ਸਿੱਖ ਚਲਾ ਗਿਆ ਉਸ ਤੋਂ ਬਾਅਦ ਸਾਨੂੰ ਇੱਟ ਜਿਹੜੀ ਹੈ ਕਿਸੇ ਮਕਾਨ ਤੇ ਲਾਣ ਨੂੰ ਲੱਭੀ ਹੋਈ, ਬਲਕਿ ਦੇਖਣ ਨੂੰ ਸਾਨੂੰ ਲੱਭੀ ਨਹੀਂ ਜੀ। ਅੱਛਾ ਜੀ ਬਜ਼ੁਰਗੋ, ਇਹ ਤੁਸੀਂ ਇੱਟ ਦੇ ਬਾਰੇ ਕੀ ਤੁਸੀਂ ਦੱਸੋਗੇ? ਇਹ ਕਮ ਸੇ ਕਮ 5-6 ਕਿਲੋ ਦੀ ਗੱਲਬਾਤ। ਹਾਂਜੀ, ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਇਹਨਾਂ ਪੱਠਿਆਂ ਦੇ ਇੱਟਾਂ ਵੀ ਨਹੀਂ ਬਣੀਆਂ। ਨਾ
ਹਾਂਜੀ। ਇਹ ਇਹਨਾਂ ਆਪਦਾ ਹੀ ਪੱਠਾ ਸੀ। ਇਹਨਾਂ ਦੇ ਆਪਣੇ ਪੱਠੇ ਸਨ ਹਾਂ ਸਿੱਖਾਂ ਦੇ, ਹਾਂ, ਇਹਨਾਂ ਆਪਦਾ ਜ਼ਮੀਨ 'ਚ ਬਣਾਇਆ ਸੀ ਪੱਠਾ। ਜ਼ਮੀਨ ਦੇ ਵਿੱਚ ਪੱਠਾ ਪੜਾ। ਨਾਜ਼ਰੀਨ, ਇਹ ਜਿਹੜੇ ਸਿੱਖ ਸਨ ਨਾ, ਬਜ਼ੁਰਗਾਂ ਦਾ ਇਹ ਕਹਿਣਾ ਕਿ ਇਹਨਾਂ ਦਾ ਆਪਣਾ ਹੀ ਪੱਠਾ ਸੀ ਤੇ ਆਪਣੇ ਪੱਠੇ ਤੇ ਹੀ ਇਹ ਇੱਟ ਬਣਾਉਂਦੇ ਸੀ। ਅੱਛਾ ਬਜ਼ੁਰਗੋ, ਇਹ ਤੇ ਹੋ ਗਿਆ ਥੱਲੇ ਦਾ ਵਿਜ਼ਿਟ। ਇਹ ਜਿਹੜੇ ਹੁਣ ਉਤਲੇ ਨੇ, ਇਹ ਕਿਧਰੋਂ ਦੀ ਜਾ ਕੇ ਕਰਾਉਣਾ ਜੀ ਵਿਜ਼ਿਟ? ਇਹ ਉਤੋਂ ਦੀ ਮਾੜੀ ਆ। ਇਹ ਜਾਂਦੀ ਹੈ ਜੀ? ਹਾਂ, ਇੱਧਰ ਦੀ ਪੌੜੀਆਂ ਜਾਂਦੀ ਕਿਧਰੋਂ ਦੀ ਜਾਂਦੀ ਹੈ? ਉਹ- ਲੋ ਨਾਜ਼ਰੀਨ, ਤੁਹਾਨੂੰ ਹੁਣ ਉੱਪਰ ਦੇ ਜਿਹੜੇ ਨੇ ਬਜ਼ੁਰਗ ਤਾਂ ਪਤਾ ਨਹੀਂ ਜਾਣ। ਨਾਜ਼ਰੀਨ, ਤੁਹਾਨੂੰ ਹੁਣ ਅਸੀਂ ਜਿਹੜਾ ਹੈ ਇਸ ਮਾੜੀ ਜਿਹਨੂੰ ਹਵੇਲੀ ਕਹਿੰਦੇ ਆ, ਇਹਦੇ ਜਿਹੜੇ ਉੱਤੇ ਦੇ ਵੀ ਤੁਹਾਨੂੰ ਮਨਾਜ਼ਰ ਅਸੀਂ ਅੱਜ ਦਿਖਾ ਕੇ ਹੀ ਜਾਵਾਂਗੇ ਕਿ ਉੱਤੇ ਦੇ ਮੰਜ਼ਰ ਕਿਸੇ ਨੇ। ਲਓ ਜੀ, ਵਿਜ਼ਿਟ ਕਰਾਣੇ ਆ ਜੀ ਤੁਹਾਨੂੰ। ਸੀੜੀਆਂ, ਆ ਬਾਥਰੂਮ ਵੀ ਉਹਨਾਂ ਦਾ ਉਸ ਵਕਤ ਦਾ ਹੀ ਹੈ। ਅਗਰ ਦਿਖਾਵੇ, ਆ ਦੇਖੋ ਬਾਥਰੂਮ ਦੀ ਇੱਟਾਂ, ਦੀਵਾਰਾਂ, ਆ ਦੇਖੋ ਵਿੰਡੋਜ਼, ਲੱਕੜੀ ਦੀਆਂ ਵਿੰਡੋ ਜਿਹੜੀਆਂ ਅਸੀਂ ਲਾਣੇ ਆ। ਆ ਕੈਮਰਾਮੈਨ ਤੁਹਾਨੂੰ ਸਾਰਾ ਹੀ ਵਿਜ਼ਿਟ ਕਰਾ ਰਿਹਾ ਜੀ। ਤੇ ਦੇਖੋ ਹਰ ਚੀਜ਼ ਉਸੇ ਤਰ੍ਹਾਂ ਹੀ ਨਮਾਇਆ 79-80 ਸਾਲ ਇਹ ਜਿਹੜਾ ਸਿੱਖ ਇੱਥੋਂ ਚਲੇ ਗਏ, ਅਸੀਂ ਉੱਥੇ ਆਪਣੇ ਘਰ ਬੂਵੇ ਇਸੇ ਤਰ੍ਹਾਂ ਹੀ ਛੱਡ ਕੇ ਆ ਗਏ। ਲੇਕਿਨ ਅੱਜ ਉਹਨਾਂ ਦਾ ਵਿਰਸਾ ਜਿਹੜਾ ਹੈ, ਅੱਜ ਅਸੀਂ ਤੁਹਾਨੂੰ ਆਪਣੇ ਪੰਜਾਬੀ ਚੈਨਲ ਦੇ ਉੱਤੇ ਦਿਖਾ ਰਹੇ ਹਾਂ। ਇਹ ਸੀੜੀਆਂ ਨੇ ਜੀ, ਇਹ ਸੀੜੀਆਂ ਨੇ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਹੀ ਹੈ। ਤੁਸੀਂ ਦੇਖੋ, ਇਹ ਸੀੜੀਆਂ ਨੇ, ਆ ਵੀ ਬਾਥਰੂਮ ਉੱਤੇ ਇਹ ਵਾਸ਼ਰੂਮ ਜਾਂ ਉੱਥੋਂ ਦੀ ਸਾਰੀ ਸਕਾਫਤ ਇਹ ਸਿੱਖਾਂ ਦੇ ਹੀ ਦੌਰ ਦੀ ਹੈ ਜੀ। ਇਹ ਦੇਖੋ, ਇਹ ਉੱਪਰ ਦੇ ਅਸੀਂ ਪੋਰਸ਼ਨ ਤੇ ਆ ਗਏ ਆ। ਉਹਨੇ ਆਪਣਾ ਬੜਾ ਉਸ ਵਕਤ ਦੇ ਪੈਸੇ ਲਾ ਕੇ, ਉਸ ਵਕਤ ਦੇ ਆ ਵੇਖੋ ਦਰਵਾਜ਼ੇ, ਉਸ ਵਕਤ ਦਾ ਸੇਨ, ਉਹਦਾ ਬਣਾਉਣ ਦਾ ਤਰੀਕਾਕਾਰ, ਉਹਨਾਂ ਦਾ ਰਹਿਣ ਦਾ ਤਰੀਕਾਕਾਰ, ਤੇ ਇਹ ਉਸੇ ਤਰ੍ਹਾਂ ਹੀ ਹੈ। ਦੇਖੋ ਦਰਵਾਜ਼ੇ, ਅਗਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ ਜੀ, ਟੂਟ ਪੂਟ ਦਾ ਸ਼ਿਕਾਰ ਤੇ ਹੋ ਗਏ, ਲੇਕਿਨ ਅੱਜ ਵੀ ਉਸੇ ਹੀ ਤਰਜ਼ ਦੇ ਵਿੱਚ ਪਏ ਨੇ। ਇੰਨੀਆਂ ਮਜ਼ਬੂਤੀਆਂ ਸਨ, ਇੰਨੇ ਉਹਨਾਂ ਦੇ ਸੀਮੈਂਟ, ਉਹ ਇੰਨਾ ਉਹਨਾਂ ਦਾ ਮਟੀਰੀਅਲ ਅੱਛਾ ਹੈਗਾ ਸੀ। ਇੱਟ, ਉਸ ਤੋਂ ਬਾਅਦ ਜਿਹੜਾ ਉਹ ਸੀਮੈਂਟ ਜਾਂ ਇਹ ਚੀਜ਼ਾਂ ਲਾਉਂਦੇ ਸਨ, ਇੰਨੀ ਮਜ਼ਬੂਤੀ ਨਾਲ ਉਹ ਕੰਮ ਕਰਦੇ ਸਨ। ਨਾਜ਼ਰੀਨ, ਅਗਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ, ਇਹ ਉੱਪਰ ਜਿਹੜਾ ਬਾਲਕੋਨੀ ਦੇਖੋ, ਇਹ ਜਿਹੜੀ ਇਹ ਮੈਂ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ, ਇਹ ਖੂਬਸੂਰਤੀ ਵਾਸਤੇ ਸੀ। ਉਦੋਂ ਵਕਤਾਂ ਦੇ ਵਿੱਚ ਨਾਜ਼ਰੀਨ, ਤੁਹਾਨੂੰ ਮੈਂ ਇਹ ਗੱਲ ਦੱਸਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਬੜਾ ਪੈਸਾ ਮੰਗਦੀਆਂ ਸੀ। ਇਹ ਦੇਖੋ ਉਸ ਵਕਤ ਦੀ ਇਹ ਵਿੰਡੋ ਆ, ਉਹਨੇ ਇਹ ਵਿੰਡੋ ਰੱਖੀ ਸੀ। ਅੱਜ ਵੀ ਆ ਦੇਖੋ, ਨਾ ਇਹਨੂੰ ਘੁਣ ਲੱਗਾ, ਇਸ ਚੀਜ਼ ਨੂੰ ਘੁਣ ਲੱਗਾ, ਨਾ ਇਸ ਵਿੰਡੋ ਨੂੰ। ਇਹ ਉਹਨਾਂ ਨੇ ਸਿਰਫ ਔਰ ਸਿਰਫ ਵੈਂਟੀਲੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਇਹ ਹਵਾ ਵਾਸਤੇ ਵਿੰਡੋ, ਆ ਦੇਖਣ ਵਾਸਤੇ ਹਵਾ ਵਾਸਤੇ ਵੈਂਟੀਲੇਸ਼ਨ। ਅੱਗੇ ਦੇਖੋ ਇਹ ਚੀਜ਼ਾਂ, ਇਹ ਸਾਰੀਆਂ ਬੜੇ ਖੂਬਸੂਰਤ ਅੰਦਾਜ਼ ਦੇ ਨਾਲ ਆਪਣੀ ਉਹਨੇ ਰੈਸ਼ ਬਣਾਈ ਸੀ। ਉਹ ਰੈਸ਼ਾ ਬਣਾ ਕੇ ਪੈਸਾ ਲਾਉਂਦੇ ਸੀ। ਜਿਵੇਂ ਹੁਣ ਵੀ ਸਾਡੇ ਬੜੇ ਬੜੇ ਲੋਕ ਆ, ਬੜੇ ਬੜੇ ਸਾਡੇ ਜਿਹੜੀ ਕਿ ਜਿਹੜੇ ਸੇਠ ਨੇ ਜਾਂ ਬਹੁਤ ਜ਼ਿਆਦਾ ਬਿਜ਼ਨਸ ਕਰਨ ਵਾਲੇ ਨੇ, ਉਹ ਪੈਸਾ ਲਾ ਕੇ ਤੇ ਆਪਣੀਆਂ ਰੈਸ਼ਾ ਖੂਬਸੂਰਤ ਬਣਾਉਂਦੇ ਨੇ ਔਰ ਆਪਣਾ ਖੂਬਸੂਰਤ ਅੰਦਾਜ਼ ਦੇ ਨਾਲ ਬੱਚਿਆਂ ਨੂੰ ਲੈ ਕੇ ਰਹਿੰਦੇ ਨੇ। ਇਸੇ ਤਰ੍ਹਾਂ ਦਾ ਹੀ ਜੀ ਮੈਂ ਤੁਹਾਨੂੰ ਹੁਣ ਜਿਹੜੀ ਇਹ ਇੱਕ ਛਤੀਰ ਦਿਖਾਉਣ ਲੱਗਾ ਜੀ। ਇਹ ਦੇਖੋ ਜੀ, ਆ ਕੈਮਰਾਮੈਨ, ਅਗਰ ਮੇਰਾ ਕੈਮਰਾਮੈਨ ਦਿਖਾਵੇ, ਇਹ ਕੈਮਰਾਮੈਨ ਦਿਖਾਵੇ, ਆ ਦੇਖੋ ਉਸੇ ਤਰ੍ਹਾਂ ਹੀ ਇਹ ਗਾਡਰ ਤੁਸੀਂ ਦੇਖੋਗੇ। ਗਾਡਰ ਤੋਂ ਬਾਅਦ ਇਹ ਦੇਖੋ ਬਾਲੇ ਉਸੇ ਤਰ੍ਹਾਂ ਹੀ ਨਮਾਇਆ ਨਜ਼ਰ ਆ ਰਹੇ ਨੇ। ਇਹ ਦੇਖੋ ਜੀ, ਉਸੇ ਤਰ੍ਹਾਂ ਦਾ ਹੀ ਇਹ ਦੇਖੋ ਦਰਵਾਜ਼ਾ, ਖੂਬਸੂਰਤ ਅੰਦਾਜ਼ ਦੇ ਨਾਲ ਡਿਜ਼ਾਈਨਿੰਗ। ਇਹ ਦੇਖੋ ਡਿਜ਼ਾਈਨਿੰਗ ਦੇਖੋ ਜੀ, ਇਹ ਡਿਜ਼ਾਈਨਿੰਗ ਹੁੰਦੀ ਸੀ। ਇਹ ਡਿਜ਼ਾਈਨਿੰਗ ਕਰਕੇ ਇਹ ਉਹਦੀ ਡਿਜ਼ਾਈਨਿੰਗ ਆ, ਯਾਨੀ ਕਿ ਸਾਡੇ ਆ ਜਿਹੜੇ ਲੋਕ ਡਿਜ਼ਾਈਨਿੰਗ ਕਰਦੇ ਨੇ। ਲਓ ਜੀ ਨਾਜ਼ਰੀਨ, ਹੁਣ ਥੱਲੇ ਦਾ ਤੁਹਾਨੂੰ ਇੱਥੇ ਉੱਪਰ ਵਾਲੇ ਪੋਰਸ਼ਨ ਤੇ ਖੜੇ ਆ, ਨੀਚੇ ਜਾਨੀ ਕਿ ਆ ਦੇਖੋ, ਇਹ ਮੇਰਾ ਕੈਮਰਾਮੈਨ ਤੁਹਾਨੂੰ ਨੀਚੇ ਦੇ ਵਿਜ਼ੂਅਲ ਦਿਖਾ ਰਿਹਾ ਜੀ ਕਿ ਇਹ ਉਸ ਵਕਤ ਦੇ ਵਿੱਚ ਬੜੀ ਉਚਾਈ ਤੇ ਹੁੰਦੀ ਸੀ ਇਹ ਹਵੇਲੀ, ਜਿਹਨੂੰ ਅਸੀਂ ਮਾੜੀ ਕਹਿੰਦੇ। ਇਦਾਂ ਹੀ ਹੈ ਬਾਬਾ ਜੀ। ਅੱਛਾ, ਹੁਣ ਜਿਹੜਾ ਹੈ ਇਹ ਕਿੰਨੀਆਂ ਸੀੜੀਆਂ ਨੇ ਜੀ? ਕਮ ਸੇ ਕਮ 10 ਸੀੜੀਆਂ ਤੇ ਆਪਾਂ ਥੱਲੇ ਉਤਰ ਗਏ। ਨੀਵੀਂ ਕਿਉਂ ਹੋ ਗਈ ਜੀ? ਇਹ ਉਹਨੇ ਉੱਚੀ ਸਾ ਥੜਾ ਹੈ। ਅੱਛਾ ਜੀ, ਪੂਰੇ ਚੱਕ ਚੋਂ ਪਿੰਡ ਦੇ ਵਿੱਚੋਂ ਇਹ ਹਵੇਲੀ ਉੱਚੀ ਸੀ, ਇਹ ਹੁਣ ਨੀਵੀਂ ਹੋ ਗਈ। ਲਓ ਜੀ ਨਾਜ਼ਰੀਨ, ਇਹ ਹੁਣ ਜਿਹੜਾ ਤੁਸੀਂ ਕਮ ਸੇ ਕਮ ਸੀੜੀਆਂ ਤੋਂ ਦਿਖਾਇਆ ਤੁਹਾਨੂੰ ਕਿ ਇਹ ਨੀਵੀਂ ਹੋ ਗਈ। ਉਦੋਂ ਪਿੰਡ ਦੇ ਵਿੱਚ ਇਹ ਨਮਾਇਆ ਬਹੁਤ ਜ਼ਿਆਦਾ ਉੱਚੀ ਹੈਗੀ ਸੀ, ਸਭ ਤੋਂ ਉੱਚੀ ਇਹ ਸੀ, ਸਭ ਤੋਂ ਉੱਚੀ। ਲਓ ਜੀ, ਆਖਰੀ ਪੋਰਸ਼ਨ ਹੈ ਤੇ ਮੈਂ ਹੁਣ ਕੈਮਰਾਮੈਨ ਨੂੰ ਤੁਹਾਨੂੰ ਕੁਝ ਚੀਜ਼ਾਂ ਦਿਖਾ ਕੇ ਇਹਨੂੰ ਵਾਈਂਡ ਅਪ ਕਰਾਂਗੇ ਜੀ। ਇਹ ਸੀੜੀਆਂ ਅਸੀਂ ਆਖਰੀ ਪੋਰਸ਼ਨ ਤੇ ਰਵਾਂ ਦਵਾਂ ਹੋ ਗਏ ਆ। ਨਾਜ਼ਰੀਨ, ਆ ਦੇਖੋ ਉਸੇ ਤਰ੍ਹਾਂ ਹੀ ਉਹਨਾਂ ਦੇ ਬਾਥਰੂਮ ਔਰ ਜਿਹੜੀਆਂ ਸੀੜੀਆਂ ਨੇ
ਤੁਸੀਂ ਕੱਢਿਆ ਹੋ ਗੇੜਾ। ਅੱਛਾ ਜੀ, ਬਜ਼ੁਰਗ ਕਹਿ ਰਹੇ ਨੇ ਜੀ ਮੇਰੇ ਕੋਲ ਨਹੀਂ ਜਾਇਆ ਜਾਣਾ, ਮੈਂ ਆਖਰੀ ਪੋਰਸ਼ਨ ਤੇ ਜਾ ਰਿਹਾ ਜੀ, ਤੇ ਅੱਲਾ ਰੱਖੇ ਖੈਰ। ਤੇ ਤੁਹਾਨੂੰ ਹੁਣ ਆਖਰੀ ਛੱਤ ਜਿਹੜੀ ਏ ਉਹ ਲੱਗੇ ਅਸੀਂ ਖਾਣ, ਚੱਲ ਅਸੀਂ ਵਿਜ਼ਿਟ ਕਰਾਉਣ ਲੱਗੇ ਹਾਂ ਜੀ। ਇਹ ਵੇਖੋ ਜੀ, ਉੱਥੇ ਉੱਥੇ ਹੀ ਉਸੇ ਤਰ੍ਹਾਂ ਹੀ ਆ ਦੇਖੋ, ਉਸੇ ਤਰ੍ਹਾਂ ਹੀ ਉਹਦੀ ਛੱਤ, ਉਹਦਾ ਜਿਹੜੀਆਂ ਇੱਟਾਂ ਉਸੇ ਟਾਈਮ ਦੀਆਂ ਲੱਗੀਆਂ ਹੋਈਆਂ। ਇਹਨਾਂ ਨੇ ਜਿਹੜੇ ਵਿੱਚ ਰਹਿ ਰਹੇ ਨੇ, ਜਿਹੜੀ ਆ ਹਵੇਲੀ ਹੈ ਇਹਦੇ ਉੱਤੇ ਆ ਦੇਖੋ, ਇਹ ਦੇਖੋ ਇੱਟ ਕਿੱਡੀ ਕਿੱਡੀ ਮੋਟੀ, ਕਮ ਸੇ ਕਮ ਜੀ ਇਹਦਾ weight 5-6 ਕਿਲੋ ਇਸ ਟਾਈਮ ਵੀ ਇੱਟ ਦਾ ਇਹ weight ਹੈਗਾ। ਔਰ ਇਹ ਉਸ ਤੋਂ ਬਾਅਦ ਮੇਰਾ ਖਿਆਲ ਹੈ ਇੱਟ ਜਿਹੜੀ ਹੈ ਸਾਡੇ ਭੱਠਿਆਂ ਵਾਲਿਆਂ ਨੇ ਬਣਾਈ ਨਹੀਂ, ਇਹ ਉਦੋਂ ਹੀ ਸੀ ਸਿੱਖ ਜਿਹੜਾ ਇਹਨੂੰ ਇਸਤੇਮਾਲ ਕਰਦਾ ਸੀ, ਸਿੱਖ ਇਸਤੇਮਾਲ ਕਰਕੇ ਤੇ ਮਜ਼ਬੂਤੀ ਦੇ ਨਾਲ ਇਹ ਆਪਣੇ ਘਰ ਬਣਾਉਂਦਾ ਸੀ। ਆ ਤੁਹਾਨੂੰ ਸਿੱਖ ਦੌਰ ਦੇ ਉਸ ਵਕਤ ਦੀ ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ। ਇਹ ਦੇਖੋ ਕੌਂ ਹੈ ਇਹਨੂੰ ਕੌਣ ਲੱਗਾ ਹੋਵੇ, ਉਸੇ ਤਰ੍ਹਾਂ ਹੀ ਆਪਣੀ ਅਸਲੀ ਹਾਲਤ ਦੇ ਵਿੱਚ ਇਹ ਲੱਕੜ ਪਈ ਹੋਈ ਹੈ। ਪਤਾ ਨਹੀਂ ਕਿਹੜੇ ਵਕਤ ਔਰ ਕਿਹੜੀ ਚੀਜ਼ ਦੀ ਇਹ ਲੱਕੜ ਲੱਗੀ ਹੋਈ ਹੈ ਜੀ। ਇਹ ਉਹਨੇ ਖੂਬਸੂਰਤੀ ਵਾਸਤੇ ਉਸ ਬੰਦੇ ਨੇ ਇਹ ਲਗਵਾਈ ਸੀ। ਲਓ ਨਾਜ਼ਰੀਨ, ਮੈਂ ਤੁਹਾਨੂੰ ਹੁਣ ਆ ਜਿਹੜਾ ਉਸ ਹਵੇਲੀ ਦੇ ਆਖਰੀ ਪੋਰਸ਼ਨ ਦੇ ਉੱਤੇ ਖੜਾ, ਆ ਤੁਹਾਨੂੰ ਮੈਂ ਉਹ ਵੀ ਦਿਖਾਵਾਂਗਾ। ਇਹ ਦੇਖੋ, ਇਹ ਦੇਖੋ ਇੱਟਾਂ ਲੱਗੀਆਂ ਹੋਈਆਂ, ਉਸੇ ਤਰ੍ਹਾਂ ਹੀ ਮਸਾਲਾ, ਜਿਹੜਾ ਮਸਾਲਾ ਹਜੇ ਵੀ ਜਿਹੜਾ ਹੈ, ਇਹ ਦੇਖੋ ਹਜੇ ਵੀ ਮਸਾਲਾ ਜਾਂ ਸੀਮੈਂਟ ਹੈ ਉਹ ਨਾਜ਼ਰੀਨ ਜਿਹੜਾ ਹੈ ਬਿਲਕੁਲ ਜਿਹੜਾ ਹੈ ਅੱਜ ਵੀ ਨਕਾਰਾ ਨਹੀਂ ਹੋਇਆ। ਇੱਟਾਂ ਉਸੇ ਤਰ੍ਹਾਂ, ਨੇਰੀਆਂ ਵੀ ਆਈਆਂ, ਤੂਫਾਨ ਵੀ ਇੱਥੇ ਆਏ। ਲਓ ਇੱਥੋਂ ਤੋਂ ਜਿਹੜਾ ਥੱਲੇ ਦਾ ਇੱਕ ਵਾਰੀ ਦਿਖਾਓ ਜੀ। ਇਹ ਇੰਨੀ ਹਵੇਲੀ ਨੀਵੇਂ, ਇਹ ਦੇਖੋ ਉਹਦੀਆਂ ਜਿਹੜੀਆਂ ਥੱਲੇ ਤੁਹਾਨੂੰ ਸੀੜੀਆਂ ਨਜ਼ਰ ਆ ਰਹੀਆਂ ਹੋਣੀਆਂ। ਅਸੀਂ ਨਾਜ਼ਰੀਨ ਆਖਰੀ ਪੋਰਸ਼ਨ ਦੇ ਉੱਤੇ ਖੜੇ ਹਾਂ ਜੀ। ਹੁਣ ਆਸਤਾ ਆਸਤਾ ਆਖਰੀ ਪੋਰਸ਼ਨ ਤੁਹਾਨੂੰ ਦਿੱਤਾ ਦਿਖਾਉਣ ਤੋਂ ਬਾਅਦ ਇਸ ਮਾੜੀ ਦੀ ਯਾਨੀ ਕਿ 13 ਮਾੜੀ ਜਿਹੜਾ ਤੁਹਾਨੂੰ ਅੱਜ ਅਸੀਂ ਦੱਸਿਆ ਸੀ ਕਿ ਜਾਵਾਂਗੇ, ਅੱਜ ਅਸੀਂ 13 ਮਾੜੀ ਦੀ ਸਾਰੀ ਤੁਹਾਨੂੰ ਇਹ ਉਹ ਹਵੇਲੀ ਦਿਖਾਈਏ ਜਿੰਦੀਆਂ ਲੋਕ ਸਿਰਫ ਐਵੇਂ ਤਸਵੀਰਾਂ ਬਣਾ ਕੇ ਜਾਂ ਕੁਝ ਐਵੇਂ ਬਣਾ ਕੇ ਅਗਰ ਮੇਰਾ ਅਕਬ ਦੇ ਵਿੱਚ ਤੁਹਾਨੂੰ ਦਿਖਾਵੇ। ਇਹ ਦੇਖੋ ਆਖਰੀ ਯਾਨੀ ਕਿ ਉੱਤੇ ਵੀ ਇਹ ਦੇਖੋ ਬਾਲੇ, ਵਾਸ਼ਰੂਮ, ਆਖਰੀ ਵੀ ਯਾਨੀ ਕਿ ਫਲੋਰ ਦੇ ਉੱਤੇ ਇਹ ਸਾਰਾ ਕੁਝ ਬਣਿਆ ਹੋਇਆ। ਲੇਕਿਨ ਇਹ ਕਦੀ ਵੀ ਮੇਰਾ ਖਿਆਲ ਕਿ ਅਰਸਾਂ ਦਰਾਜ਼ ਤੋਂ ਵੀ ਇਹ ਦੇਖੋ ਖੂਬਸੂਰਤੀ ਵਾਸਤੇ, ਹਵਾ ਦੀ ਵੈਂਟੀਲੇਸ਼ਨ ਵਾਸਤੇ ਇਹ ਚੀਜ਼ਾਂ ਤੁਹਾਨੂੰ ਮੇਰਾ ਕੈਮਰਾਮੈਨ ਦਿਖਾ ਰਿਹਾ। ਉਸ ਤੋਂ ਬਾਅਦ ਨਾਜ਼ਰੀਨ ਬਹੁਤ ਹੀ ਖੂਬਸੂਰਤ ਇਹ ਦੇਖੋ ਬਾਲਾ ਲੱਗਾ ਹੋਇਆ, ਜਿਹਨੂੰ ਅੱਜ ਤਾਈਂ ਵੀ ਕਿਸੇ ਕੋਨੇ ਨਹੀਂ ਖਾਦਾ। ਅੱਛਾ ਜੀ, ਅੱਜ ਮੈਂ ਤੁਹਾਨੂੰ ਇੱਕ ਹੋਰ ਬੜੀ 1947 ਤੋਂ ਬਾਅਦ ਦੀ ਵੀ ਯਾਨੀ ਕਿ 1947 ਦੇ ਵਿੱਚ ਹੀ ਸਿੱਖ ਗਏ, ਮੈਂ ਤੁਹਾਨੂੰ ਉਹਨਾਂ ਦੇ ਦਰਵਾਜ਼ੇ ਤੇ ਉਹਨਾਂ ਦੀਆਂ ਚੀਜ਼ਾਂ ਕੁਝ ਦਿਖਾਉਣ ਲੱਗਾ ਜਿਹੜੀਆਂ ਅੱਜ ਵੀ ਇਦਾਂ ਹੀ ਲੱਗਦਾ ਕੁਝ ਮਹੀਨੇ ਹੋਏ। ਕਿਹੜੀਆਂ ਨੇ ਜੀ? ਆ ਦੇਖੋ ਜੀ ਨਾਜ਼ਰੀਨ, ਉਹਨਾਂ ਦੇ ਦਰਵਾਜ਼ੇ ਬਜ਼ੁਰਗ ਦਿਖਾ ਰਹੇ ਨੇ ਜੀ। ਇਹ ਦੇਖੋ ਉਸੇ ਤਰ੍ਹਾਂ ਹੀ ਵਾਸ਼ਰੂਮ ਤੇ ਉਹਨਾਂ ਦੇ ਦਰਵਾਜ਼ੇ ਇਸ ਤਰੀਕੇ ਦੇ ਸਨ। ਇਹ ਦੇਖੋ ਰੰਗ ਰੋਗਨ ਵੀ ਕੀਤਾ ਹੋਇਆ, ਜਾਨੀ ਕਿ ਅਸੀਂ ਜੇ ਅਗਰ ਰੰਗ ਰੋਗਨ ਕਰਦੇ ਆ ਨਾ ਜੀ, ਇਹ ਰੰਗ ਰੋਗਨ ਵੀ ਉਹਨਾਂ ਦੇ ਹੱਥਾਂ ਦਾ ਜੀ, ਉਹਨਾਂ ਦੇ ਹੱਥਾਂ, ਸਾਰੀ ਚੀਜ਼ ਉਹਨਾਂ ਦੇ ਹੱਥਾਂ ਦੀ ਹਜੇ ਤੱਕ। ਅੱਛਾ, ਇੱਕ ਦਾ ਨਾਂ ਤੇ ਮਹਤਾਬ ਸਿੰਘ ਸੀ, ਦੂਸਰੇ ਭਰਾ ਦਾ ਵੀ ਪਤਾ? ਉਹ ਰਜੀਤ ਸਿੰਘ, ਉਧਰ ਉਹਦੇ 35 ਮਰਬੇ, ਉਹਦੇ 35 ਮਰਬੇ, ਉਹਨੇ ਵੀ ਹਵੇਲੀ ਬਣਾਈ ਸੀ। ਹਾਂ, ਉਹਨੇ ਵੀ, ਉਹਨੂੰ ਖੱਟੀ ਮਾੜੀ ਅਸੀਂ ਆਂਦੇ, ਉਹਨੂੰ ਖੱਟਾ ਰੰਗ ਕੀਤਾ ਉਹਨੇ। ਹਾਂ, ਅੱਛਾ, ਇਹ ਮਾੜੀ ਇੱਕ ਭਰਾ ਦੀ ਸੀ ਮਹਤਾਬ ਸਿੰਘ ਦੀ, ਤੇ ਉਹਦਾ ਨਾਂ ਕੀ ਸੀ? ਰਜੀਤ ਸਿੰਘ। ਰਜੀਤ ਸਿੰਘ। ਲੋ ਜੀ ਨਾਜ਼ਰੀਨ, ਬਜ਼ੁਰਗਾਂ ਦਾ ਕਹਿਣਾ ਹੈ ਕਿ ਇਹ ਸੀ ਦੋ ਭਾਈ, ਇੱਕ ਦੇ ਕਿੰਨੇ ਮਰਬੇ ਸਨ? ਇਹਦੇ ਵੀ 35 ਸੀ, ਉਹਦੇ ਵੀ 35 ਮਰਬੇ। ਇਹ ਜਿਹੜਾ ਪਿੰਡ ਹੈ ਬੜਾ ਰਕਬੇ ਦੇ ਉੱਤੇ ਮਹੀਤ ਹੈਗਾ, ਤੇ ਇਹ ਲੋਕ ਯਾਨੀ ਕਿ ਕਾਫੀ ਅਮੀਰ ਸਨ। ਇੱਥੇ ਡਿਪਟੀਆਂ ਦੇ 10 ਮਰਬੇ ਸੀ। ਅੱਛਾ, 10 ਮਰਬੇ ਖੱਤਰੀਆਂ ਦੇ ਸੀ। ਅੱਛਾ ਜੀ। 10 ਮਰਬੇ ਜੱਟਾਂ ਦੇ ਸੀਗੇ। ਅੱਛਾ ਜੀ। ਤੇ 5-4 ਮਰਬੇ ਹੋਰ ਘਰ ਸੀ ਉਹਦੇ। ਅੱਛਾ ਬਜ਼ੁਰਗੋ, ਇੱਕ ਬੜੀ ਅਹਿਮ ਗੱਲ ਹੈ ਮੈਂ ਤੈਨੂੰ ਜਿਹੜੀ ਪੁੱਛਣ ਲੱਗਾ, ਜਦੋਂ ਛੱਡ ਕੇ ਚਲੇ ਗਏ ਇੰਡੀਆ ਦੇ ਵਿੱਚ ਚਲੇ ਗਏ, ਜ਼ਾਹਿਰ ਅਸੀਂ ਉਧਰੋਂ ਇੱਥੇ ਆ ਗਏ, ਉਸ ਤੋਂ ਬਾਅਦ ਵੀ ਇਹ ਲੋਕ ਮਹਤਾਬ ਸਿੰਘ ਤੇ ਜਿਹੜਾ ਰਜੀਤ ਸਿੰਘ ਇਹਨਾਂ ਦੇ ਨਸਲ ਆਈ ਹੋਵੇ ਜਾਂ ਇਹ ਚਲੇ ਗਏ ਤਾਂ ਵਾਪਸ ਕਦੀ? ਥੋੜਾ ਚਿਰ ਹੋ ਗਿਆ, ਮੈਂ ਉਦੋਂ ਇਸ ਮੁੰਡੇ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਅੱਛਾ, ਇੰਨੀ ਹੋਸ਼ ਦੇ ਵਿੱਚ ਤਾਂ ਉਹ ਆਏ ਸਨ? ਹਾਂ, ਉਹ ਬਾਅਦ ਚ ਆਏ ਆ, ਦੇਖ ਕੇ ਗਏ ਆਪਣਾ। ਹਾਂ, ਇਹ ਘਰ ਬਾਹਰ ਇਹ ਆਪਣਾ ਮਾੜੀ ਵੀ ਉਹ ਨਹੀਂ ਆਇਆ, ਉਹਦੇ ਭਤੀਜੇ ਖਣੀ ਪੁੱਤਰ ਆਏ ਸੀਗੇ। ਅੱਛਾ ਜੀ, ਜਿਹੜੇ ਵੇਖ ਕੇ ਗਏ, ਆਪਣੀਆਂ ਹਵੇਲੀਆਂ ਦੇਖ ਕੇ ਗਏ। ਲਓ ਨਾਜ਼ਰੀਨ, ਕਿਹਦਾ ਖੂਬਸੂਰਤ ਹੈ ਕਿ ਉਹਨਾਂ ਦੀਆਂ ਨਸਲਾਂ ਅੱਜ ਵੀ ਹਜੇ ਆਉਂਦੀਆਂ ਨੇ ਆਪਣੇ ਘਰ ਹਵੇਲੀ ਯਾਨੀ ਕਿ ਨਜ਼ਾਰਾ ਕਰਾਂ ਕਿ ਸਾਡੇ ਵੱਡੇ ਉੱਤੇ ਰਹਿ ਗਏ। ਲਓ ਜੀ ਨਾਜ਼ਰੀਨ, ਹੁਣ ਤੁਹਾਨੂੰ ਹੋਰ ਚੀਜ਼ਾਂ ਦਾ ਵੀ ਵਿਜ਼ਿਟ ਕਰਾਣੇ ਆ ਜੀ, ਤੇ ਆ ਜਾਓ। ਇਹ ਜਿਹੜਾ ਮਾੜੀ ਜਿਹਨੂੰ ਆਪਾਂ ਹਵੇਲੀ ਕਹਿੰਦੇ ਆ,
ਇਹਦੇ ਤੁਹਾਨੂੰ ਅੰਦਰ ਦੇ ਪਿਛਲੇ ਔਰ ਉੱਪਰ ਵਾਲੇ ਫਲੋਰ ਤੇ ਸਾਰੇ ਦਿਖਾਤੇ ਲੋ। ਹੁਣ ਤੁਹਾਨੂੰ ਫਰੰਟ ਜਿਹੜਾ ਹੈ ਮੇਰਾ ਕੈਮਰਾਮੈਨ ਜਿਹੜਾ ਹੈ ਸਾਰਾ ਹੀ ਨਜ਼ਾਰਾ ਕਰਾਏਗਾ। ਉਸ ਤੋਂ ਬਾਅਦ ਇਹ ਤੁਹਾਨੂੰ ਦੱਸੇਗਾ ਇਹਦੀ ਡਿਜ਼ਾਈਨਿੰਗ ਇਸ ਹਵੇਲੀ ਦੀ ਔਰ ਇਹਦਾ ਰਹਿਣਾ। ਜਦੋਂ ਇਹ ਮਾੜੀ ਯਾਨੀ ਕਿ ਇਹਨੂੰ ਹਵੇਲੀ ਕਹਿੰਦੇ ਆ, ਗੱਡੇ ਤੇ ਜਦੋਂ ਇਹ ਸਿੱਖ ਸਾਹਿਬ ਆਉਂਦੇ ਸਨ ਆਪਣਾ ਇਹ ਗੱਡਾ ਲੈ ਕੇ ਅੰਦਰ ਹੀ ਆ ਜਾਂਦੇ ਸਨ। ਉਹਦਾ ਜਿਹੜਾ ਦਰਵਾਜ਼ੇ ਉਹਦੀ ਵਿੰਡੋ ਇੱਥੇ ਖੜਾ ਕਰਕੇ ਉਹ ਆਪਣਾ ਇਹ ਸਾਰਾ ਜਿਹੜਾ ਹੈ ਅੰਦਰ ਦੇ ਜਿਹੜੇ ਕਮਰੇ ਬਣੇ ਨੇ ਇਹਨਾਂ ਕਮਰਿਆਂ ਦੇ ਵਿੱਚ ਉਹਨਾਂ ਦੇ ਜ਼ਾਹਰ ਬੱਚੇ ਵੀ ਹੋਣਗੇ, ਉਹਨਾਂ ਦੀ ਰਹਿائش ਹੋਏਗੀ, ਇੱਥੇ ਉਹ ਰਹਿੰਦੇ ਸਨ। ਅੱਛਾ ਬਾਬਾ ਜੀ ਹੋਰ ਕੋਈ ਗੱਲ ਬਸ ਉਸ ਤੋਂ ਬਾਅਦ ਤੁਹਾਨੂੰ ਸਿੱਖ ਮਿਲ ਕੇ ਵੀ ਗਏ ਨੇ ਜੀ? ਕਈ ਵਾਰੀ ਮਿਲ ਗਏ। ਇਹਨਾਂ ਦੇ ਹੀ ਆਏ ਜਾਂ ਹੋਰ ਕੋਈ ਵੀ ਸਿੱਖ ਆਏ? ਹੋਰ ਵੀ ਆਏ ਆ, ਇਹਨਾਂ ਦੇ ਵੀ ਆਏ ਸੀ। ਯਾਨੀ ਕਿ ਇਹ ਸਭ ਜਿਹੜਾ ਮਾੜੀ ਇਹ ਪਿੰਡ ਇੱਥੇ ਬਹੁਤ ਜ਼ਿਆਦਾ ਯਾਨੀ ਕਿ ਸਿੱਖ ਰਹਿੰਦਾ ਸੀ ਆਪਣੇ ਚੀਚਾ ਪਤਨੀਆ। ਇਹ ਸਾਰਾ ਚੱਕ ਹੀ ਸਿੱਖਾਂ ਦਾ, ਇਹ ਸਾਰਾ ਚੱਕ ਹੀ ਸਿੱਖਾਂ ਦਾ। ਬਸ ਸਿਰਫ 10 ਮਰਬੇ ਡਿਪਟੀਆਂ ਦੇ ਸੀ। ਅੱਛਾ ਜੀ। ਜਿਹਦਾ ਉਹ ਜਿਹੜਾ ਅਮੀਨ ਅਫਜ਼ਲ ਹੋਮ ਸੈਕਟਰੀ ਆ, ਅੱਛਾ ਜੀ, ਉਹਦੇ 10 ਮਰਬੇ ਸੀ ਤੇ 10 ਮਰਬੇ ਸੀ ਖੱਤਰੀਆਂ ਦੇ ਤੇ 10 ਮਰਬੇ ਸੀ ਜੱਟਾਂ ਦੇ ਲਏ। ਜੱਟਾਂ ਦੇ ਉਦੋਂ ਜਦੋਂ ਬਾਤ ਹੋਈ ਹੈ ਨਾ ਉਦੋਂ ਜ਼ਮੀਨਾਂ ਅਲਾਟ ਹੋਈਆਂ, ਉਹ ਸਿੱਖਾਂ ਦੇ ਨਾਲ ਹੀ ਉਹ ਰਹਿੰਦੇ ਰਹੇ। ਸਿੱਖਾਂ ਦੇ ਨਾਲ ਹੋ ਰਹਿੰਦੇ ਰਹੇ? ਹਾਂ। ਅੱਛਾ, ਯਾਨੀ ਕਿ ਪਿੱਛੋਂ ਨਹੀਂ ਸੀ ਇਹ ਸਿੱਖਾਂ ਦੇ ਨਾਲ ਰਹਿੰਦੇ ਸੀ। ਯਾਨੀ ਕਿ ਬੜਾ ਉਦੋਂ ਸਲੂਕ ਹੈਗਾ ਸੀ ਆਪਣਾ, ਯਾਨੀ ਕਿ ਮੁਸਲਮਾਨ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋ ਗਈ, ਫਿਰ ਜ਼ਾਹਿਰ ਉਹਨਾਂ ਨੂੰ ਉਧਰ ਜਾਣਾ ਪਿਆ, ਆਪਾਂ ਨੂੰ ਇੱਧਰ ਆਣਾ ਪਿਆ। ਆਪਾਂ ਵੀ ਸਾਡਾ ਪਿਓ ਵੀ ਇੱਥੇ ਰਹਿੰਦਾ ਰਿਹਾ। ਅੱਛਾ, ਯਾਨੀ ਕਿ ਜਦੋਂ ਸਿੱਖਾਂ ਦੇ ਨਾਲ ਤੁਹਾਡੇ ਵਾਲਾ ਸਾਹਿਬ ਵੀ ਇੱਥੇ ਨਾਲ ਰਹਿੰਦੇ ਸੀ? ਆਪਾਂ ਯਾਨੀ ਕਿ ਇੰਡੀਆ ਚ ਨਹੀਂ ਆਏ? ਇੰਡੀਆ ਚੋਂ ਆਏ ਆ। ਅੱਛਾ, ਲੇਕਿਨ ਵਾਸਤੇ ਪਹਿਲੋਂ ਸਾਲ ਪਹਿਲੇ ਚਲੇ ਗਏ ਅਸੀਂ ਉਧਰ। ਅੱਛਾ, ਉੱਥੇ ਜ਼ਮੀਨ ਸੀ ਨਾ ਸਾਡੀ। ਅੱਛਾ ਜੀ, ਇੱਥੇ ਆਉਂਦੇ ਸੀ ਗੇੜਾ ਗੂੜਾ ਮਾਰਨ। ਠੀਕ ਹੈ। ਲਓ ਜੀ ਨਾਜ਼ਰੀਨ, ਤੁਸੀਂ ਬਜ਼ੁਰਗਾਂ ਦੀਆਂ ਇਹਨਾਂ ਦੀਆਂ ਬੜੀਆਂ ਮੁਹੱਬਤਾਂ ਦਾ ਸ਼ੁਕਰੀਆ ਕਿ ਇਹਨਾਂ ਨੇ ਸਾਨੂੰ ਬੜੀਆਂ ਕੀਮਤੀ ਗੱਲਾਂ ਦੱਸੀਆਂ। ਕਿਉਂ ਨਾਜ਼ਰੀਨ, ਅੱਜ ਜਿਹੜਾ ਹੈ ਅਸੀਂ ਬਿਲਕੁਲ ਜਿੱਡਾ ਵੀ ਕਿਤਾਬੀ ਸਾਰਾ ਕੁਝ ਪੜ੍ਹ ਲਿਆ, ਜੋ ਇਹਨਾਂ ਨੇ ਦੇਖਿਆ ਜਾਂ ਇਹਨਾਂ ਨੂੰ ਪਤਾ ਹੈ, ਉਹ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਅਸੀਂ ਇਹਨਾਂ ਚੀਜ਼ਾਂ ਨੂੰ ਬੜਾ ਯਾਨੀ ਕਿ ਕੀਮਤੀ ਚੀਜ਼ਾਂ ਸਮਝਨੇ। ਇਹ ਵਿਰਸਾ ਨਾਜ਼ਰੀਨ, ਇਹ ਜਿਹੜੀ ਮੂਵੀ ਬਣਾਉਣ ਦਾ ਮਕਸਦ ਜਾਂ ਇਹ ਦਿਖਾਉਣ ਦਾ ਮਤਲਬ ਆ ਨਵੀਂ ਨਸਲ ਇਹ ਜ਼ਰੂਰ ਵਿਜ਼ਿਟ ਕਰੇ ਕਿ ਅਸੀਂ ਲੋਕ ਸਨ ਅੱਛਾ ਕਹਿੰਦੇ ਸਿੱਖ ਇਮਾਨਦਾਰ ਬੜੇ ਸਨ। ਇਦਾਂ ਬਿਲਕੁਲ ਕਈ ਲੋਕਾਂ ਨੇ ਯਾਨੀ ਕਿ ਜਦੋਂ ਉਹ ਹੈਗੇ ਤੇ ਸਿੱਖਾਂ ਨੂੰ ਮੁਸਲਮਾਨ ਯਾਨੀ ਕਿ ਨਾ ਮੁਸਲਮਾਨਾਂ ਨੂੰ ਸਿੱਖ ਜਿਹੜੇ ਨੇ ਆਪਣੀਆਂ ਚੀਜ਼ਾਂ ਫਾੜਾ ਕੇ ਚਲੇ ਗਏ ਤੇ ਮੁਸਲਮਾਨਾਂ ਨੇ ਵੀ ਉਹਨਾਂ ਨਾਲ ਇਮਾਨਦਾਰੀ ਕੀਤੀ, ਉਹਨਾਂ ਨੂੰ ਚੀਜ਼ਾਂ ਦੇ ਦਿੱਤੀਆਂ। ਤੇ ਸਾਡੇ ਉਧਰ ਜਿਹੜੇ ਨੇ ਮੁਸਲਮਾਨ ਉਹਨਾਂ ਕੋਲ ਜਾ ਕੇ ਚੀਜ਼ਾਂ ਲੈ ਕੇ ਆਏ। ਇਹ ਬਾਤ ਦਰੁਸਤ ਆ? ਹਾਂ ਬਿਲਕੁਲ ਸਹੀ। ਸਿੱਖ ਜਿਹੜੇ ਨਾ ਚੂੜੇ ਸੀ ਉਹ ਦੂਸਰੇ ਹਿੰਦੂ, ਉਹਨਾਂ ਨੇ ਇਹ ਵਡਾਂਗੇ ਵਡੂਗੇ ਕੀਤੇ, ਸਿੱਖਾਂ ਨੇ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ। ਇੰਤਹਾ ਪਸੰਦ ਯਾਨੀ ਕਿ ਉਹ ਸਨ ਹਿੰਦੂ ਜਿਹੜੇ ਕਿ ਸਿੱਖ। ਅੱਛਾ, ਹਿੰਦੂ ਜਿਹੜੇ ਸੀ ਨਾ ਉਹ ਨਹੀਂ ਸੀ ਚੰਗੇ, ਨਹੀਂ ਸੀ ਚੰਗੇ। ਸਿੱਖ ਸਾਡੇ ਨਾਲ ਕਲਮ ਨਹੀਂ ਮਾਰਦੇ। ਠੀਕ ਹੋ ਗਿਆ। ਲਓ ਨਾਜ਼ਰੀਨ, ਅਸੀਂ ਹੁਣ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਨ੍ਹਾਂ ਨੇ ਅੱਜ ਸਾਨੂੰ ਸਾਰਾ ਇਹ ਵਿਜ਼ਿਟ ਕਰਾਇਆ। ਤੇ ਹੁਣ ਦੂਸਰੇ ਬਜ਼ੁਰਗਾਂ ਦੇ ਨਾਲ ਵੀ ਤੁਹਾਡੀ ਥੋੜੀ ਜਿਹੀ ਅਸੀਂ ਗੱਲ ਕਰਾਵਾਂਗੇ ਕਿਉਂਕਿ ਇਹਨਾਂ ਨੂੰ ਜਲਦੀ ਹੈ ਤੇ ਅੱਲਾਹ ਸੋਹਣੇ ਦੇ ਹਵਾਲੇ ਜੀ। ਅੱਲਾਹ ਤਾਲਾ ਤੰਦਰੁਸਤੀ ਸਿਹਤ ਦੇਵੇ ਜੀ। ਲਓ ਜੀ, ਇਹ ਜਿਹੜਾ 13 ਮਾੜੀ ਦੇ ਵਿੱਚ ਇਹ ਬਜ਼ੁਰਗ ਸਾਡੇ ਨਾਲ ਖੜੇ ਨੇ, ਕਮ ਸੇ ਕਮ 110 ਸਾਲ ਇਹਨਾਂ ਦੀ ਉਮਰ ਆ। ਇਹਨਾਂ ਨੇ ਵੀ ਬੜੀਆਂ ਤਹਾਈਆਂ ਦੇਖੀਆਂ ਨੇ, ਇਹਨਾਂ ਨੇ ਬੜਾ ਕੁਝ ਦੇਖਿਆ। ਇੱਥੇ ਹੀ ਲਾਟਮੈਂਟ ਵੀ ਇਹਨਾਂ ਦੀ ਹੋਈ, ਇਹਨਾਂ ਦੇ ਬਜ਼ੁਰਗਾਂ ਨੂੰ ਲਾਟਮੈਂਟ ਹੋਈ। ਜਦੋਂ ਇੰਡੀਆ ਤੋਂ ਬਜ਼ੁਰਗੋ ਤੁਸੀਂ ਚੱਲੇ ਹੋ, ਕਿੰਨੇ ਜਾਣੇ ਸੀ? ਤੁਹਾਡੇ ਵਾਲਾ ਸਾਹਿਬ ਸੀ, ਕਿੰਨੇ ਭੈਣਾਂ ਸੀ ਤੁਸੀਂ ਪਾਈ ਸੀ? ਨਾਜ਼ਰੀਨ ਨੂੰ ਦੱਸੋ ਜੀ। ਇੱਕ ਸਾਡੀ ਫੂਫੀ। ਅੱਛਾ ਜੀ। ਤੇ 2 ਚਾਚੇ, ਇੱਕ ਬਾਬਾ। ਤੁਹਾਡਾ ਬਜ਼ੁਰਗ? ਹਾਂ। ਅੱਛਾ ਜੀ। ਤੁਸੀਂ ਤੁਹਾਡਾ ਪਿੱਛੋਂ ਪਿੰਡ ਕਿਹੜਾ ਸੀ ਜੀ? ਪਿੰਡ ਸਾਡਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਜਲੰਧਰ ਦੇ ਵਿੱਚ। ਜ਼ਿਲ੍ਹਾ ਜਲੰਧਰ ਦੇ ਵਿੱਚ। ਉੱਥੇ ਅਕਸਰੀਅਤ ਜਿਹੜੀ ਹੈ ਮੁਸਲਮਾਨਾਂ ਦੀ ਸੀ ਜਾਂ ਹਿੰਦੂਆਂ ਸੀ ਜਾਂ ਸਿੱਖਾਂ ਦੀ ਸੀ? ਨਹੀਂ, ਮੁਸਲਮਾਨਾਂ ਦੀ ਜ਼ਿਆਦਾ ਸੀ ਅਕਸਰੀਅਤ। ਜਦੋਂ ਉਤੋਂ ਤੁਸੀਂ ਚੱਲੇ ਹੋ, ਤੁਸੀਂ ਭੈਣਾਂ ਭਾਈ ਕਿੰਨੇ ਸੀ? ਉਦੋਂ ਭੈਣ ਦੱਸਿਆ ਨੀ ਵੀ ਅਸੀਂ ਸਾਡਾ 4 ਭਰਾ ਸੀ। ਮਾਂ ਸਾਡੀ ਇੰਡੀਆ ਦੀ ਫੌਤ ਹੋ ਗਈ। ਠੀਕ ਹੈ। ਠੀਕ ਹੈ। ਬਾਬੇ ਨੂੰ ਝੋਟੇ ਦੇ ਬਾਹ ਲਿਆ। ਅੱਛਾ, ਝੋਟੇ ਤੇ ਬਿਠਾ ਕੇ ਲੈ ਗਏ, ਉਹ ਚੱਲ ਨਹੀਂ ਸੀ ਸਕਦੇ? ਨਹੀਂ। ਅੱਛਾ। ਤੇ ਇੱਕ ਸਾਡੀ ਭੂਆ ਧੀ ਸੀ। ਅੱਛਾ ਜੀ। ਲੱਤਾਂ ਤੋਂ ਕਮਜ਼ੋਰ ਸੀ, ਉਹਨੇ ਵੀ ਝੋਟੇ ਤੇ ਬਿਠਾ ਲਿਆ, ਇੱਕੋ ਝੋਟੇ ਤੇ? ਅੱਛਾ ਜੀ। ਮਈਆਂ ਅਸੀਂ ਪੱਤੋਂ ਛੱਡਦੀਆਂ। ਮਈਆਂ ਕਿੰਨੀਆਂ ਲੈ ਕੇ ਆਏ ਸੀ ਤੁਸੀਂ? ਮਈਆਂ 3 ਮਈਆਂ ਸੀ। ਝੋਟੇ ਕਿੰਨੇ ਸੀ? ਝੋਟਾ ਇੱਕ ਝੋਟਾ ਸੀ, 3 ਮਈਆਂ ਸੀ। ਉਹ ਮਈਆਂ ਤੋਂ ਰਹਿ ਗਈ। ਅੱਛਾ, ਤੁਰਦੀਆਂ ਨਹੀਂ ਸੀ? ਉੱਥੇ ਛੱਡਦੀਆਂ ਜਾਂ ਵੇਚਦੀਆਂ? ਨਹੀਂ, ਛੱਡਦੀਆਂ ਵੇਚ ਕੇ।
ਉੱਥੇ ਤੇ ਉਦੋਂ ਤੋਂ ਜਾਨਾਂ ਦੀ ਪਈ ਸੀ, ਹਾਂ। ਵੇਚਣਾ ਕੀ ਸੀ। ਹਾਂ ਅੱਛਾ ਜੀ। ਇਹ ਛੱਡ ਕੇ ਚੱਲ ਹੁਣ ਆ ਨਵਾਬ ਮਲੋੜ ਜਿਹੜਾ ਇਹ ਅੱਛੀਆਂ ਮਜ਼ੀਨਾਂ ਦਾ ਮਾਲ, ਇਹਨੂੰ ਆ ਕਮਾਲ ਨਗਰ ਵਾਲਾ 80 ਮਰਬੇ ਮਿਲੇ। ਅੱਛਾ, ਮਮਦੂੜ ਨੂੰ 80 ਮਰਬੇ। ਹਾਂ ਅੱਛਾ ਇਹ 80 ਮਰਬਿਆਂ ਦਾ 80 ਪਿੰਡਾਂ ਦਾ ਮਾਲ ਸੀ। ਅੱਛਾ, ਨਵਾਬ ਮਲੋੜ ਇਹਦਾ ਨਾਮ ਕੀ ਸੀ? ਯਾਦ ਨਹੀਂ, ਨਵਾਬ ਕਹਿੰਦੇ ਸੀ ਇਹਨੂੰ। ਹਾਂ ਨਵਾਬ 80 ਮਰਬਾ ਮਿਲਿਆ। ਇਹ ਪਾਕਿਸਤਾਨ ਬਣਾਉਣ ਦੇ ਨਾਲ ਬਾਬੇ ਦੇ ਨਾਲ ਸ਼ਾਮਲ ਰਹੇ। ਇਹ ਬਾਬੇ ਦੇ ਨਾਲ ਸਨ। ਹਾਂ ਖਰਚ ਕਰਨ ਵਾਲੇ ਇਹ ਸੀ। ਜਦੋਂ ਬਾਬਾ ਜੀ ਤੁਹਾਡੀ ਉੱਥੇ ਜ਼ਮੀਨਾਂ ਸੀ, ਤੁਹਾਡੇ ਉੱਥੇ ਹਵੇਲੀਆਂ ਸੀ, ਤੁਹਾਡਾ ਉੱਥੇ ਸਾਰਾ ਕੁਝ ਸੀ, ਇਹ ਜਦੋਂ ਪਾਕਿਸਤਾਨ ਦਾ ਬਗਲ ਵੱਜਿਆ ਕਿ ਪਾਕਿਸਤਾਨ ਚਲੋ ਜੀ, ਜਿਨ੍ਹਾਂ ਨੇ ਜਿੰਨਾ ਜਾਣਾ, ਤੁਸੀਂ ਉਦੋਂ ਕੰਮਾਂ ਕਾਰਾਂ 'ਚ ਮਸਰੂਫ ਸੀ? ਅਸੀਂ ਕੰਮ ਕਰਦੇ ਕੰਮ ਕਰ ਰਹੇ ਸੀ। ਕਹਿੰਦੇ ਰਿਆਸਤਾਂ ਨਹੀਂ ਉੱਠਣੀ। ਅੱਛਾ ਜੀ। ਹਾਂ ਸਾਨੂੰ ਨਹੀਂ ਪਤਾ ਲੱਗਾ, ਅਸੀਂ ਬਾਹਰ ਕੰਮ ਕਰਦੇ। ਅੱਛਾ ਜੀ। ਹਾਂ। ਕੋਈ ਕਿਤੇ ਕੰਮ ਕਰ ਰਿਹਾ ਸੀ, ਕੋਈ ਕਿਤੇ ਖੂਹਾਂ ਦੇ। ਖੂਹਾਂ ਦੇ ਕੰਮ। ਤੇ ਜਦੋਂ ਲੜਾ ਪਿਆ, ਉਹ ਪਿਓ ਮੇਰਾ ਚਾਚਾ ਨੂੰ ਕਹਿੰਦਾ ਚਲੀਏ, ਉਹ ਕਹਿੰਦੇ ਵੀ ਪੈਸਾ ਤੇ ਦਾ ਘਰ, ਉਹ ਪਿਓ ਮੇਰਾ ਕਹਿੰਦਾ ਵੀ ਤੁਸੀਂ ਵਾਪਸ ਨਹੀਂ ਆ ਸਕਦੇ। ਯਾਨੀ ਕਿ ਜੋ ਜਾਣਾ ਲੈ ਚਲੀਏ, ਵਾਪਸ ਨਹੀਂ ਆ ਪਾ ਸਕਦੇ। ਤੁਸੀਂ ਇੱਥੋਂ ਚੱਲੋ। ਠੀਕ ਹੈ। ਹਾਂ ਉਹ ਚੱਲ ਗਿਆ। ਜਦੋਂ ਤੁਸੀਂ ਇੰਡੀਆ, ਤੁਸੀਂ ਜਦੋਂ ਉਸ ਵਕਤ ਚੱਲੇ ਹੋ, ਤੁਹਾਡੀ ਕਿੰਨੀ ਉਮਰ ਸੀ? ਉਦੋਂ 30-35 ਸਾਲ। 30-35 ਗੱਭਰੂ ਜਵਾਨ ਸੀ ਤੁਸੀਂ ਉਦੋਂ। ਤੁਸੀਂ ਤੇ ਫਿਰ ਸਾਰਾ ਨਜ਼ਾਰਾ ਵੇਖਿਆ ਜਦੋਂ ਚੱਲੇ ਉਥੋਂ। ਉਦੋਂ ਜਿਹੜਾ ਕਾਰਵਾਂ ਲਸ਼ਕਰ ਚੱਲੇ ਨੇ, ਰਾਹ ਦੇ ਵਿੱਚ ਤੇ ਬੜੇ ਦਸਤੇ ਨੇ, ਕਤਲੋ ਗਾਰਤ ਹੋਈ, ਸਿੱਖਾਂ ਨੇ ਵੱਢ ਦਿੱਤੇ, ਯਾਨੀ ਕਿ ਇੰਤਹਾ ਪਸੰਦ ਜਿਹੜੇ ਸੀ ਉਹਨਾਂ ਦੇ ਨਾਲੋਂ, ਭੈਣਾਂ ਦੇ ਨਾਲੋਂ ਬੱਚੇ ਵਿਛੜ ਗਏ, ਮਾਵਾਂ ਦੇ ਨਾਲੋਂ ਉਹਨਾਂ ਦੇ ਬੱਚੇ ਵਿਛੜ ਗਏ, ਪੁੱਤਰ ਵਿਛੜ ਗਏ, ਤੇ ਜਿਹੜੀਆਂ ਬੀਵੀਆਂ ਸਨ ਉਹਨਾਂ ਦੇ ਖਾਮਦ ਵਿਛੜ ਗਏ। ਇਹ ਬਾਤ ਦਰੁਸਤ ਆ? ਇਹ ਦਰੁਸਤ ਆ। ਯਾਨੀ ਕਿ ਉਦੋਂ ਬੜਾ, ਯਾਨੀ ਕਿ ਕਠਨ 1947 ਦੇ ਵਿੱਚ ਜਦੋਂ ਪਾਕਿਸਤਾਨ ਬਣਿਆ। ਉਹਨਾਂ ਦੇਖੋ ਨਾ, ਆ ਇਹ ਚ ਹੁਣ ਨਹੀਂ ਲੱਗ ਸਕਦੀ ਇੱਟ। ਇੱਟ ਜਿਹੜੀ ਮਕਾਨ ਹਾਂਜੀ ਹਾਂ ਬਣੇ, ਇਹ ਕਿੱਥੇ ਥੜਾ ਉਹ ਦਰਵਾਜ਼ੇ ਦੀਆਂ ਇੰਨਾ ਥੋੜਾ ਸੀ। ਅੱਛਾ ਹਾਂ ਬਿਲਕੁਲ ਸਹੀ। ਨਾਜ਼ਰੀਨ, ਆ ਬਜ਼ੁਰਗ ਤੁਹਾਨੂੰ ਆ ਨਾਲ ਇਸ਼ਾਰਿਆਂ ਨਾਲ ਇਹ ਵੀ ਦੱਸਦੇ ਨੇ ਕਿ ਇਹ ਜਿਹੜੀ ਹੈ ਕਮ ਸੇ ਕਮ ਇਹ 10-12 ਆ ਸੀੜੀਆਂ ਜਿਹੜੀਆਂ ਨੇ ਇਹ ਥੱਲੇ ਆ ਐਸਾ ਹੁਣ ਇੰਨੀ ਨੀਵੀਂ ਇਹ ਮਾੜੀ ਹੋ ਗਈ ਹੈ। ਕਿਸੇ ਵਕਤ ਇਹ ਜਿਹੜਾ ਸਿੱਖ ਇੱਥੇ ਮਹਤਾਬ ਸਿੰਘ ਰਹਿੰਦਾ ਸੀ, ਉਹ ਇੱਥੇ ਗੱਡਾ ਬਾਹਰ ਜਦੋਂ ਖੇਤਾਂ ਦੇ ਵਿੱਚੋਂ ਲੈ ਕੇ ਆਂਦਾ ਸੀ, ਇਹ ਸਿੱਧਾ ਇੱਥੇ ਲੈ ਕੇ ਆ ਜਾਂਦਾ ਸੀ। ਪਿੰਡ ਨੀਵਾਂ ਸੀ, ਉਹਦੀ ਜਿਹੜੀ ਇਹ ਮਾੜੀ ਜਾਂ ਹਵੇਲੀ ਆ ਇਹ ਉੱਚੀ ਸੀ। ਇਹਦੇ 3 ਦਰਵਾਜ਼ੇ ਸੀ ਇਸ ਮਾੜੀ ਦੇ ਜੀ, ਨਹੀਂ ਪਿੰਡ ਦੇ, ਇਹਦੇ ਹੱਥ ਦੇ। ਅੱਛਾ ਜੀ। ਹਾਂ ਇਹ ਰਾਤ ਨੂੰ ਬੰਦ ਹੋ ਜਾਂਦੇ ਸੀ। ਹਾਂ ਅੱਛਾ ਜੀ। ਰਾਤ ਨੂੰ ਨਾਮ ਬਾਹਰੋਂ ਆਉਣਾ ਦਾ ਨਾਮ ਬਾਹਰ। ਅੱਛਾ। ਹਾਂ ਇੱਕ ਇੱਧਰ ਸੀ ਬਾਗ ਨੂੰ ਜੀ ਜੀ, ਇੱਕ ਇੱਧਰ ਸੀ। ਅੱਛਾ, ਇੱਕ ਇੱਧਰ। 3 ਦਰਵਾਜ਼ੇ ਠੀਕ ਹੋ ਗਏ। ਉਹ ਦੇਖੋ ਉਦੋਂ ਉਹ ਬਾਦਸ਼ਾਹ ਸੀ, ਅਸੀਂ ਆਪਣੇ ਸਾਹ ਬਾਦਸ਼ਾਹ। ਜੀ ਜੀ, ਇਸੇ ਤਰ੍ਹਾਂ ਹੀ। ਲੋ ਨਾਜ਼ਰੀਨ, ਹੁਣ ਤੁਹਾਨੂੰ ਅਸੀਂ ਆਪਣੀ ਵਾਈਂਡ ਅਪ ਕਰੀਏ ਅੱਜ ਦੀ ਸਟੋਰੀ। ਅੱਜ ਚੀਚਾ ਵਤਨੀ ਤੋਂ ਅਸੀਂ ਇਸ ਨਵਾਹੀ ਗਾਓ 13 ਮਾੜੀ ਆਏ, ਲੋਕਾਂ ਨੇ ਬੜੀਆਂ ਤਸਵੀਰਾਂ ਤੇ ਬੜਾ ਕੁਛ ਦਿਖਾਇਆ। ਅੱਜ ਅਸੀਂ ਇਹਦਾ ਸਾਰਾ ਵਿਜ਼ਿਟ ਕਰਾਇਆ। ਇਹ ਉਹ 2 ਹਵੇਲੀਆਂ ਸਨ ਜਿਹੜੇ 2 ਇੱਥੇ ਪਾਈ ਰਹਿੰਦੇ ਸੀ ਸਿੱਖ, ਜਿਨੇ ਇਹ ਮਾੜੀ ਤੇ ਇਹ ਹਵੇਲੀ ਬਣਾਈ। ਉਸ ਤੋਂ ਬਾਅਦ ਦੂਸਰੀ ਇਸੇ ਪਿੰਡ ਦੇ ਵਿੱਚ ਹੀ ਉਹ ਦੂਸਰੇ ਭਰਾ ਦੀ ਹਵੇਲੀ ਸੀ। ਇਹਨਾਂ ਨੇ ਬੜਾ 7-7 ਮਰਬੇ ਵੇਚ ਕੇ ਇਹ ਜਿਹੜੀ ਇਹ ਹਵੇਲੀ ਬਣਾਈ ਸੀ, ਜਿਹੜੀ ਉਹਨਾਂ ਨੇ ਉਦੋਂ ਇੰਨਾ ਪੈਸਾ ਲਾਇਆ। ਜ਼ਾਹਿਰਾ ਪੈਸਾ ਉਦੋਂ ਵੀ ਲੱਗਦਾ ਸੀ, ਉਹ ਲਾ ਕੇ, ਲੇਕਿਨ ਇੰਨੀ ਮਜ਼ਬੂਤੀ ਨਾ ਬਣੀ ਕਿ ਅੱਜ ਵੀ ਅਸੀਂ ਤੁਹਾਨੂੰ ਇਹਦੀ ਸੈਰ ਕਰਾਈਏ। ਉਮੀਦ ਹੈ ਕਿ ਤੁਹਾਨੂੰ ਅੱਛੀ ਲੱਗੀ ਹੋਏਗੀ। ਬਾਬਾ ਜੀ, ਤੁਹਾਡਾ ਉੱਥੇ ਪਿੰਡ ਸੀ ਜਿਹੜਾ, ਇਧਰ ਵੇਖ ਕੇ ਦੱਸੋ, ਇੰਡੀਆ ਦੇ ਵਿੱਚ ਵੀ ਸਾਨੂੰ ਦੇਖਿਆ ਜਾਂਦਾ। ਇਹ ਸੁਲਤਾਨਪੁਰ ਲੋਧੀ ਜਿਹੜਾ ਜਲੰਧਰ ਰਿਆਸਤ ਕਪੂਰਥਲੇ ਜੀ, ਤੇ ਪਿੰਡ ਸੀਗਾ ਸਾਡਾ ਮਾਛੀ ਜੋਇਆ। ਹਾਂ ਅੱਛਾ ਜੀ। ਆਲੂਪੁਰ 64 ਜ਼ਮੀਨ ਸੀ ਸਾਡੀ, 4 ਜਗ੍ਹਾ ਤੇ। ਹਾਂ 64। ਸੁਲਤਾਨਪੁਰ ਲੋਧੀ ਦੇ ਅਗਰ ਤੁਸੀਂ ਲੋਕ ਇਹ ਦੇਖ ਰਹੇ ਹੋ, ਸਾਡੇ ਕੋ ਬਜ਼ੁਰਗ ਅੱਜ ਵੀ ਹੈਗੇ ਆ, ਤੁਸੀਂ ਗੱਲ ਕਰ ਸਕਦੇ ਹੋ। ਦੂਸਰਾ ਇਲਾਕਾ ਕਿਹੜਾ ਸੀ ਜੀ? ਦੂਸਰਾ ਇਲਾਕਾ ਸਾਡਾ ਪਿੰਡ ਸੀ, ਇੱਕ ਮਰਬਾ ਸੀ ਸਾਡਾ ਆਲੂਪੁਰ। ਹਾਂ ਆਲੂਪੁਰ ਦੇ ਵੀ ਅਗਰ ਕੋਈ ਲੋਕ ਸਾਨੂੰ ਦੇਖ ਰਹੇ ਨੇ
ਤੇ ਤੁਸੀਂ ਜਨਾਬ ਬਜ਼ੁਰਗਾਂ ਦੇ ਨਾਲ ਰਾਬਤਾ ਕਰਦੇ। ਤੀਸਰਾ ਜੀ ਤੀਸਰਾ ਮਾਛੀ ਹੋਇਆ। ਮਾਛੂ ਵਾਲਾ। ਆਹੋ ਮਾਛੂ ਵਾਲਾ ਆਹੋ, ਉਹ ਸ਼ਹਿਰ ਦੇ ਨਾਲ ਹੀ ਸੀ, ਉਹ ਬਸਤੀ ਸੀ। ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਜ਼ਿਲ੍ਹਾ ਸਾਡਾ ਜ਼ਿਲ੍ਹਾ ਜਲੰਧਰ, ਰਿਆਸਤ ਕਪੂਰਥਲਾ। ਅੱਛਾ, ਜ਼ਿਲ੍ਹਾ ਤੁਹਾਡਾ ਜਲੰਧਰ ਸੀ ਯਾਨੀ ਕਿ ਅੱਛਾ, ਜਦੋਂ ਤੁਸੀਂ ਉੱਥੇ ਸੀ ਬਜ਼ੁਰਗੋ, ਤੁਹਾਨੂੰ ਤਾਂ ਯਾਦ ਹੋਏਗਾ ਉੱਥੇ ਸਟੇਸ਼ਨ ਕਿਹੜਾ ਲੱਗਦਾ ਸੀ? ਸਟੇਸ਼ਨ ਸੁਲਤਾਨਪੁਰ ਦਾ। ਸੁਲਤਾਨਪੁਰ ਦਾ। ਹਾਂ ਠੀਕ ਠਾਕ ਸਟੇਸ਼ਨ ਸੀ। ਆਪਣੇ ਚੀਚਾਵਤਨੀ ਦਾ ਵੀ ਸਟੇਸ਼ਨ ਤੁਸੀਂ ਦੇਖਿਆ, ਹਾਂ। ਇਦਾਂ ਦਾ ਸੀ ਜਾਂ ਇਹਦੇ ਤੋਂ ਜ਼ਰਾ ਮਾੜਾ ਸੀ? ਉਹ ਨਹੀਂ, ਉਹ ਚੰਗਾ ਸੀ ਆਪਣੇ ਤਾਂ। ਅੱਛਾ, ਉਸ ਵਕਤ ਚੰਗਾ ਸਟੇਸ਼ਨ ਸੀ। ਹਾਂ ਕਈ ਲੋਕ ਬਾਬਾ ਜੀ 1947 ਤੋਂ ਬਾਅਦ ਜਾਂ ਜਦੋਂ ਆਪਣਾ ਹਜੇ ਬਟਵਾਰਾ ਨਹੀਂ ਸੀ ਹੋਇਆ, ਆਪਣਾ ਚੀਚਾਵਤਨੀ ਦਾ ਸਟੇਸ਼ਨ ਉਦੋਂ ਵੀ ਚੱਲਦਾ ਸੀ, ਆਉਂਦੇ ਜਾਂਦੇ ਸੀ ਲੋਕ ਉੱਥੋਂ? ਜਾਂਦੇ ਸੀ ਇਹ, ਪਰ ਉਦੋਂ ਇਹ ਗੱਲਾਂ ਨਹੀਂ ਸੀ। ਅੱਛਾ ਹਾਂ, ਉਦੋਂ ਇਹ ਸਟੇਸ਼ਨ ਕਿਹੜੇ, ਅੱਛਾ, ਉਦੋਂ ਗੱਡੀਆਂ ਚੱਲਦੀਆਂ ਸੀ, ਟ੍ਰੇਨਾਂ। ਟ੍ਰੇਨ ਹੂੰ ਤੇ ਇੱਥੋਂ ਚੱਲੀ ਹੂੰ, ਤੇ ਸਿੰਧ ਜਾਣਾ, ਅੱਛਾ ਜੀ, 8 ਪੈਰ ਲੱਗ ਜਾਂਦੇ। ਠੀਕ ਹੋ ਗਿਆ। ਮੈਂ ਤਾਂ ਹੁਣ ਵੀ ਜਾਵਾਂ ਨਾ, ਹਾਂਜੀ, ਲਾਹੌਰ ਜਾਣਾ, ਕਰਾਚੀ ਜਾਣਾ, ਮੇਰਾ ਟਿਕਟ ਨਹੀਂ। ਤੁਹਾਡਾ ਟਿਕਟ ਨਹੀਂ ਹੈਗਾ? ਨਹੀਂ ਜੀ, ਹੁਣ ਤਾਂ ਤੁਹਾਡੀ ਮਾਸ਼ਾਅੱਲਾ ਹੀ ਅੱਲਾ ਰੱਖਿਆ ਕਰ ਇੱਕ ਸਦੀ ਤੋਂ 10 ਸਾਲ ਵੀ ਜ਼ਿਆਦਾ ਤੁਸੀਂ ਲੱਗਦੇ ਹੋ, 100 ਸਾਲ ਤੋਂ 10 ਸਾਲ। ਹੁਣ ਤੁਹਾਡਾ ਟਿਕਟ ਕਾਹਦਾ? ਇਹ ਤਾਂ ਗਵਰਨਮੈਂਟ ਨੇ ਜਿਹੜਾ ਤੁਹਾਨੂੰ ਰਹਿਤ ਦਿੱਤੀ ਹੈ ਬਜ਼ੁਰਗਾਂ ਨੂੰ ਕਿ ਜਾਣੀ ਕਿ ਤੁਸੀਂ ਫ੍ਰੀ ਸਫ਼ਰ ਕਰ ਸਕਦੇ ਹੋ। ਅਸੀਂ 2 ਹਾਜ਼ਰੀ ਅੱਲਾ ਨੇ ਸਾਨੂੰ ਕਰਾਇਆ ਮਾਸ਼ਾਅੱਲਾ ਜੀ। ਇੱਕ ਬਹਿਰੀ ਜਹਾਜ਼ 'ਚ ਕੀਤਾ। ਅੱਛਾ ਜੀ, ਬਹਿਰੀ ਜਹਾਜ਼ 'ਚ 8 ਦਿਨ 8 ਰਾਤਾਂ ਲੱਗੀ। ਸਫ਼ਰ ਕੀਤਾ ਤੁਸੀਂ? ਹਾਂ ਮਾਸ਼ਾਅੱਲਾ ਜੀ। ਨਾਜ਼ਰੀਨ, ਇਹ ਉਹ ਬਜ਼ੁਰਗ ਨੇ ਜਿਹੜੇ ਦੱਸਣ ਦੇ ਨੇ ਕਿ ਬਹਿਰੀ ਜਹਾਜ਼ ਦੇ ਵਿੱਚ ਵੀ 8 ਦਿਨ 8 ਰਾਤਾਂ ਲੱਗਦੀਆਂ ਸੀ। ਅਸੀਂ ਉਦੋਂ ਵੀ ਹੱਜ ਕੀਤਾ। ਉਸ ਤੋਂ ਬਾਅਦ ਫਿਰ ਜੀ ਬਾਅਦ 'ਚ ਫਿਰ ਹਵਾਈ 'ਚ ਕੀਤਾ। ਹਵਾਈ ਜਹਾਜ਼ ਦੇ ਗਏ? ਹਾਂ, ਹਵਾਈ ਜਹਾਜ਼ ਤੇ ਵੀ ਬਜ਼ੁਰਗਾਂ ਨੇ ਮਾਸ਼ਾਅੱਲਾ ਹੱਜ ਕੀਤਾ। ਇਹਨਾਂ ਦੀਆਂ ਨਸਲਾਂ ਦਰ ਨਸਲਾਂ ਇਹ 13 ਮਾੜੀ ਦੇ ਵਿੱਚ ਬੈਠੀਆਂ ਨੇ ਜੀ। ਅੱਲਾਹ ਪਾਕ ਇਹਨਾਂ ਨੂੰ, ਸਾਡੀਆਂ ਦੁਆਵਾਂ ਨੇ, ਅੱਲਾਹ ਪਾਕ ਇਹਨਾਂ ਨੂੰ ਹੋਰ ਜ਼ਿੰਦਗੀ ਵੀ ਦਵੇ, ਲੰਬੀਆਂ ਜ਼ਿੰਦਗੀਆਂ ਇਹ ਗੁਜ਼ਾਰਨ। ਗਾ ਪੋਤੋ ਅੱਛਾ ਜੀ, ਉਹਨੇ ਵੀ 2 ਕੀਤੇ, ਮਾਸ਼ਾਅੱਲਾ ਜੀ। 9 ਮਹੀਨਾ। ਅੱਛਾ ਜੀ, 2 ਹਜ਼ਾਰ। ਬਿਲਕੁਲ ਜੀ। ਅੱਲਾਹ ਪਾਕ ਦਾ ਜਿਹੜਾ ਘਰ ਹੈ ਉਹ ਤੇ ਹਰ ਮੁਸਲਮਾਨ ਦੀ ਖੁਆਇਸ਼ ਹੈਗੀ ਹੈ ਕਿ ਮੈਂ ਘਰ ਦੇਖਾਂ। ਇਹ ਬੜੀ ਖੂਬਸੂਰਤ ਗੱਲ ਹੈ ਜੀ। ਜਿਹੜੇ ਅਸੀਂ ਕੀਤਾ ਨਾ ਹੱਜ, ਜੀ ਉਹਦੇ ਵਿੱਚ ਆ ਹੁਣ ਉਮਰੇ ਵਾਲੇ ਨਹੀਂ ਜਾ ਸਕਦੇ, ਅੱਛਾ, ਇਹਨਾਂ ਵਾਸਤੇ ਬਣਦਾ ਠੀਕ ਹੈ। ਬਾਹਰ ਖੜੋ ਕੇ ਦੁਆ ਮੰਗ ਸਕਦੇ, ਜਿਹੜੀ ਕਿ ਅੰਦਰ ਨਹੀਂ ਸੀ ਜਾ ਸਕਦੀ। ਅੰਦਰ ਨਹੀਂ ਜਾ। ਹੁਣ ਦਿਨ ਬ ਦਿਨ ਜੀ ਉੱਥੇ ਵੀ ਕਾਨੂੰਨ ਬਦਲਦੇ ਨੇ। ਇਹ ਖੁੱਲਣਾ ਕਦੋਂ? ਵੱਡੇ ਹੱਜ, ਠੀਕ ਹੈ। ਵੱਡੇ ਹੱਜ ਅੱਗੋਂ ਪਿੱਛੋਂ ਬੰਦ। ਅੱਛਾ ਬਾਬਾ ਜੀ, ਹੁਣ ਵੀ ਤੁਹਾਡੇ ਕੋਈ ਇੰਡੀਆ ਦੇ ਵਿੱਚ ਬੈਠੇ ਰਿਸ਼ਤੇਦਾਰ, ਕੋਈ ਰਿਸ਼ਤੇਦਾਰ ਵਗੈਰਾ ਜਾਂ ਕੋਈ ਹੁਣ ਵੀ? ਨਹੀਂ, ਕੋਈ ਨਹੀਂ ਬੈਠੇ। ਯਾਨੀ ਕਿ ਜਦੋਂ ਤੁਸੀਂ ਆਏ ਹੋ ਰਿਸ਼ਤੇਦਾਰ ਉਦੋਂ ਪਿੱਛੇ ਰਹਿ ਗਏ ਸੀ? ਕੋਈ ਨਹੀਂ? ਜਿਹੜੇ ਰਹਿ ਗਏ ਬਾਅਦ 'ਚ ਆ ਗਿਆ, 6 ਮਹੀਨੇ ਆ ਗਿਆ, ਕੋਈ ਸਾਲ ਬਾਅਦ ਆ ਗਿਆ, ਸਾਰੇ ਆ ਗਏ ਜੀ। ਲਓ ਨਾਜ਼ਰੀਨ, ਮੇਰਾ ਖਿਆਲ ਹੈ ਕਿ ਅੱਜ ਦਾ ਜਿਹੜਾ 13 ਮਾੜੀ ਦੀ ਹਵੇਲੀ ਦੇਖ ਕੇ ਤੁਹਾਨੂੰ ਜਿਹੜਾ ਹੈ ਬੜਾ ਜਾਣੀ ਕਿ ਮਜ਼ਾ ਆਏਗਾ ਔਰ ਤੁਸੀਂ ਬੜਾ ਮਹਿਸੂਸ ਹੋਗੇ। ਨਾਜ਼ਰੀਨ, ਇਹੀ ਅਸੀਂ ਪੁਰਾਣੇ ਵਿਰਸੇ, ਪੁਰਾਣੇ ਅਸਾਸੇ, ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਪੰਜਾਬੀ ਆਪਣੇ ਚੈਨਲ ਤੇ ਦਿਖਾਣੇ ਆ ਤਾਂ ਕਿ ਤੁਸੀਂ ਦੇਖ ਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ। ਪਾਕਿਸਤਾਨ ਜ਼ਿੰਦਾਬਾਦ।